ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਉਹਨਾਂ ਦੀਆਂ ਟਿੱਪਣੀਆਂ ਲਾਂਗੇ। ਨਾਲ ਜੁੜਦੇ ਹਾਂ ਪਹਿਲਾਂ ਮਿੰਟੂ ਗੁਰਸਰਗਾ ਜੀ ਨੂੰ, ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ। ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ, ਸਹਿਯੋਗ ਕਰਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ, ਰਿਸ਼ਪਾਲ ਸਿੰਘ, ਭਰਪੂਰ ਸਿੰਘ ਗਿੱਲ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਸਿਆਸੀ ਡਰਾਮਿਆਂ ਤੋਂ। ਕਹਿੰਦੇ ਕਰਨਾਟਕ, ਮਹਾਰਾਸ਼ਟਰ, ਬਿਹਾਰ ਤੋਂ ਬਾਅਦ ਹੁਣ ਝਾਰਖੰਡ ਦੇ ਵਿੱਚ ਵੀ ਜ਼ਬਰਦਸਤ ਸਿਆਸੀ ਡਰਾਮਾ ਚੱਲ ਰਿਹਾ ਜੀ। ਹਾਂਜੀ ਬਿਲਕੁਲ, ਕਿਉਂਕਿ ਇਹ ਰਾਜਨੀਤੀ ਦਾ ਇੱਥੋਂ ਦਾ ਖਾਸਾ ਆ ਕਿ ਕਿਸੇ ਵੀ ਸਮੇਂ ਐਂਟਰਟੇਨਮੈਂਟ ਦੀ ਕਮੀ ਨਹੀਂ ਆਏਗੀ। ਕਿਸੇ ਨੂੰ ਦਾਲ ਮਿਲੇ, ਕਿਸੇ ਨੂੰ ਚਾਵਲ ਮਿਲੇ ਜਾਂ ਨਾ ਮਿਲੇ, ਇਹ ਵੱਖਰੀ ਗੱਲ ਆ, ਪਰ ਇੱਥੋਂ ਦੇ ਲੋਕਾਂ ਨੂੰ ਰਾਜਨੀਤਿਕ ਐਂਟਰਟੇਨਮੈਂਟ ਫੁੱਲ ਡੋਜ਼, ਆਲਵੇਜ਼ ਫੁੱਲ ਡੋਜ਼ ਮਿਲੇਗੀ ਉਹਦੀ। ਤਾਂ ਹਾਲ ਦੀ ਘੜੀ ਇਸ ਵੇਲੇ ਵਾਰੀ ਹੈ ਝਾਰਖੰਡ ਦੀ। ਤਾਂ ਝਾਰਖੰਡ ਦੀ ਰਾਜਨੀਤੀ ਦੇ ਵਿੱਚ ਜੇ ਆਪਾਂ ਝਾਕ ਕੇ ਦੇਖੀਏ, ਹਾਲਾਂਕਿ ਆਪਣੇ ਤੋਂ ਦੂਰ ਆ, ਬਹੁਤਾ ਜ਼ਿਆਦਾ ਇੱਧਰ ਖਬਰਾਂ ਪਹੁੰਚਦੀਆਂ ਨਹੀਂ ਹੈ, ਨਾ ਹੀ ਬਹੁਤਾ ਕੁਝ ਵਾਪਰਦਾ ਦਿਖਦਾ। ਉਹਦਾ ਛੋਟੀਆਂ ਛੋਟੀਆਂ ਘਟਨਾਵਾਂ ਹਰੇਕ ਥਾਂ ਤੇ ਚੱਲਦੀਆਂ ਰਹਿੰਦੀਆਂ ਨੇ। ਤਾਂ ਉੱਥੇ ਹੋਇਆ ਕੀ ਸੀਗਾ ਕਿ ਜਿਹੜਾ ਹਿੰਮਤ ਸੋਰੇਨ ਆ, ਚੀਫ ਮਿਨਿਸਟਰ, ਇਹਦੀ ਸ਼ਿਕਾਇਤ ਹੋਈ ਸੀ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ। ਤਾਂ ਇਹਨੇ ਕਹਿੰਦੇ ਕਿ ਆਪਣੇ ਆਪ ਨੂੰ ਹੀ ਪੱਟਾ ਦੇ ਦਿੱਤਾ, ਮਤਲਬ ਉਹਨੂੰ ਗੱਲ ਚ ਪਾਉਣ ਵਾਲਾ ਪੱਟਾ ਨਹੀਂ, ਪੱਟਾ ਜਿਹੜਾ ਹੁੰਦਾ ਹੈ, ਚਲੋ ਕਿ ਕਿਸੇ ਨੂੰ ਆਪਾਂ ਦਿੰਦੇ ਆ, ਦਵਾਉਂਦੇ ਆ ਜਾਂ ਲੈਂਦੇ ਆ, ਹਾਸਲ ਕਰਦੇ ਆ ਲੀਜ਼। ਤਾਂ ਉਹ ਇਹਨੇ ਖਜ਼ਾਨਾ ਦੀ ਲੀਜ਼ ਲੈ ਲਈ, ਜਿਹੜਾ ਕਿ ਕਿਤੇ ਨਾ ਕਿਤੇ ਲਾਭ ਦਾ ਹੁੰਦਾ ਸੀਗਾ। ਤਾਂ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਲਾਭ ਨਹੀਂ ਦੇ ਸਕਦੇ ਕਿਸੇ ਵੀ ਚੇਅਰ ਤੇ ਬੈਠ ਕੇ, ਖਾਸ ਤੌਰ ਤੇ ਚੀਫ ਮਿਨਿਸਟਰ ਬੈਠ ਕੇ। ਉਹ ਕੁਝ ਕੋਲੇ ਦੀਆਂ ਖਜ਼ਾਨਾ ਸਨ ਜਿਹੜੀਆਂ ਲੀਜ਼ ਤੇ ਦਿੱਤੀਆਂ ਗਈਆਂ। ਬਹਰਹਾਲ ਉਸ ਮਾਮਲੇ ਦੇ ਵਿੱਚ ਜਦੋਂ ਸ਼ਿਕਾਇਤ ਹੋਈ, ਫਿਰ ਚੋਣ ਕਮਿਸ਼ਨ ਨੇ ਇੱਕ ਫੈਸਲਾ ਆਪਣਾ ਜਿਹੜਾ ਉਹ ਰਾਜ ਭਵਨ ਨੂੰ ਭੇਜ ਦਿੱਤਾ, ਭਾਵ ਰਾਜਪਾਲ ਨੂੰ ਭੇਜ ਦਿੱਤਾ। ਹੁਣ ਵੈਸੇ ਤੇ ਸਾਰੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਦੀ ਮੈਂਬਰਸ਼ਿਪ ਚਲੇ ਜਾਣੀ ਆ। ਉਸ ਸੂਰਤ ਦੇ ਵਿੱਚ ਹੋ ਸਕਦਾ ਆ ਕਿ ਇਹਨਾਂ ਦੀ ਸੁਪਤਨੀ ਬਣ ਜਾਵੇ, ਜਾਂ ਇਹ ਵੀ ਹੁੰਦਾ ਹੈ ਨਾ ਕਿ ਕਈ ਵਾਰ ਦੁਬਾਰਾ ਵਿਧਾਇਕ ਦਲ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਫੇਰ ਤੁਸੀਂ ਆਪਣੇ ਆਪ ਨੂੰ ਕਿਹਾ ਕਿ ਜੀ ਮੈਂ ਚੁਣ ਲਿਆ ਗਿਆ ਵਾਂ, ਵਿਧਾਇਕ ਦਲ ਦਾ ਨੇਤਾ, ਮਤਲਬ ਕਿ ਵਿਧਾਇਕਾਂ ਵੱਲੋਂ ਚੁਣ ਲਿਆ ਗਿਆ, ਮੈਂ ਚੁਣ ਲਿਆ ਗਿਆ। ਤਾਂ ਫਿਰ ਕੀ ਹੈ ਕਿ ਤੁਸੀਂ 6 ਮਹੀਨੇ ਬਾਅਦ ਜਾਂ 6 ਮਹੀਨਿਆਂ ਦੇ ਵਿੱਚ ਚੋਣ ਜਿੱਤ ਕੇ ਦੁਬਾਰਾ ਆ ਜਾਓ ਤਾਂ ਚੀਫ ਮਿਨਿਸਟਰ ਦਾ ਇਹ ਵੀ ਇੱਕ ਆਪਸ਼ਨ ਹੁੰਦਾ ਬੰਦੇ ਕੋਲ ਜੀ। ਸੋ ਉਹ ਅਗਲੇ ਆ, ਪਰ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਨਾ ਉਹ ਦੇਖਣ ਵਾਲੀ ਹੈ। ਤੁਸੀਂ ਖਬਰ ਜ਼ਰੂਰ ਸੁਣੀ ਹੋਏਗੀ ਕਿ 4 ਝਾਰਖੰਡ ਦੇ ਵਿਧਾਇਕ ਕੋਲਕਾਤਾ 'ਚ ਫੜੇ ਗਏ ਸਨ ਕੈਸ਼ ਦੇ ਨਾਲ। ਹਾਂਜੀ ਸੁਣੀ। ਇੱਕ ਨੇ ਹੋਰ ਦਾਅਵਾ ਕੀਤਾ ਸੀਗਾ ਕਿ ਮੈਨੂੰ ਵੀ ਕਰੋੜਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜੀ, ਵੀ ਤੂੰ ਵੀ ਆ ਜਾ ਸਾਡੇ ਨਾਲ। ਤਾਂ ਉਹ ਸਿੱਧੇ ਤੌਰ ਤੇ ਤਾਰਾਂ ਜੁੜ ਰਹੀਆਂ ਸਨ ਕਿ ਭਾਰਤੀ ਜਨਤਾ ਪਾਰਟੀ ਉੱਥੇ ਆਪਣਾ ਆਪਰੇਸ਼ਨ ਕਰ ਰਹੀ ਹੈ। ਆਪਰੇਸ਼ਨ ਵੀ ਇਹਨਾਂ ਦੇ ਕੋਲ ਸੰਦ ਔਜ਼ਾਰ ਬੜੇ ਨੇ, ਆਪਰੇਸ਼ਨ ਵੀ ਬੜਾ ਠੋਕ ਕੇ ਕਰਦੇ ਆ। ਤਾਂ ਉਹਨੂੰ ਕਹਿ ਦਿੰਦੇ ਆ ਆਪਰੇਸ਼ਨ ਲੋਟਸ। ਲੋਕੀ ਕਹਿੰਦੇ ਆਪਰੇਸ਼ਨ ਲੁੱਟਣ ਨੂੰ, ਇਹ ਕਹਿੰਦੇ ਆ ਲੋਟਸ ਜੀ। ਤਾਂ ਇਹ ਮਾਮਲਾ ਜਿਹੜਾ ਕੁਝ ਇਸ ਕਿਸਮ ਦਾ ਹੈ ਕਿ ਜਿਵੇਂ ਆਪਾਂ ਦੇਖੀਏ ਤਾਂ ਉੱਥੇ ਝਾਰਖੰਡ ਦੇ ਵਿੱਚ ਸਿੰਪਲ ਮੈਂ ਤੁਹਾਨੂੰ ਦੱਸ ਦੇਣਾ ਖੇਡ ਕੀ ਹੈ ਕਿ 81 ਸੀਟਾਂ ਨੇ, 81 ਸੀਟਾਂ ਤੇ ਇਹਨਾਂ ਦੇ ਕੋਲ 47 ਨੇ। ਉੱਥੇ UPA ਆ, ਜਿਵੇਂ ਉੱਤੇ ਆ ਨਾ, ਉੱਥੇ UPA ਆ ਜਿਹਦੇ ਚ ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਆ,
ਆਰਜੇਡੀ ਵੀ ਹੈਗਾ, ਤਾਂ ਦੂਸਰੇ ਪਾਸੇ ਐਨਡੀਏ ਆ ਗਿਆ, ਜਿਹਦੇ ਚ ਝਾਰਖੰਡ ਵਿਕਾਸ ਮੋਰਚਾ, ਇਹ ਮਰਾਂਡੀ ਨੇ ਬੜੀ ਗੇਮ ਲਾਈ ਸੀ ਐਤਕੀ, ਬਹੁਤ ਗੇਮ ਲਾਈ ਸੀਗੀ ਜੀ, ਅੱਡ ਬਣਾ ਕੇ ਪਾਰਟੀ ਇਹਨਾਂ ਨੂੰ ਲਾਭ ਦੇਣ ਵਾਸਤੇ, ਮੁੜ ਕੇ 3 ਵਿਧਾਇਕ ਜਿੱਤ ਗਏ, 2 ਨੂੰ ਕੱਢ ਕੇ, ਤੇ ਆਪ ਕਹਿੰਦਾ ਜੀ ਮੈਂ ਤੇ ਮਰਜ਼ਰ ਹੋ ਗਿਆ ਇਹਨਾਂ ਦੇ ਵਿੱਚ ਭਾਜਪਾ ਚ। ਤਾਂ ਇਹ ਹੁਣ ਤੁਸੀਂ ਹਿਸਾਬ ਲਾ ਲਓ, ਇਹਨਾਂ ਕੋਲ 47 ਨੇ ਯੂਪੀਏ ਕੋਲ, ਤੇ ਜੇ ਆਪਾਂ ਵੇਖੀਏ 81 ਤਾਂ 42 ਚਾਹੀਦੀ ਹੈ, 4-5 ਹੀ ਉੱਤੇ ਨੇ ਨਾ, ਹਾਂਜੀ, ਤੇ 4-5 ਵਾਲਾ ਖੇਡ ਤੁਹਾਨੂੰ ਮੈਂ ਦੱਸ ਦਿੱਤਾ ਕਿ ਇੱਕ ਵਾਰੀ ਉਹ ਮਾੜੇ ਜੇ ਹਿੱਲੇ ਨਹੀਂ ਤੇ ਦੂਸਰੇ ਪਾਸੋਂ ਇਹਨਾਂ ਚੁੱਪੇ ਨਹੀਂ। ਇਸ ਗੱਲੋਂ ਤੇ ਪੂਰੇ ਕਾਰੀਗਰ ਹੈ ਨਾ, ਹਾਂਜੀ, ਫਲੋਰ ਦੇ ਫਾਨੇ ਆ, ਉਸੇ ਵੇਲੇ ਠੋਕ ਦੇਣਗੇ। ਇਸੇ ਕਰਕੇ ਇਹ ਹੱਲ ਚੱਲਿਆ ਕਿ ਤੁਸੀਂ ਜੇ ਦੇਖੋਗੇ ਤਾਂ ਕਦੇ ਇਹਨਾਂ ਨੂੰ ਲੈ ਜਾਂਦੇ ਆ ਵਿਧਾਇਕਾਂ ਨੂੰ ਇਹ ਚੱਕ ਕੇ ਕਿਸੇ ਰੈਸਟੋਰੈਂਟ ਦੇ ਵਿੱਚ, ਕਦੇ ਇਹਨਾਂ ਨੂੰ ਕਿਤੇ ਲੈ ਜਾਂਦੇ ਆ। ਅੱਜ ਹੁਣ ਮੇਰੇ ਖਿਆਲ ਦੇ ਨਾਲ ਰਾਏਪੁਰ ਲੈ ਕੇ ਜਹਾਜ਼ ਦੇ ਵਿੱਚ ਬਿਠਾ ਕੇ 32 ਵਿਧਾਇਕ ਨੇ, 32 ਵਿਧਾਇਕ ਆ। ਤਾਂ ਹੁਣ ਜਿਹੜਾ ਰਾਜਪਾਲ ਆ, ਰਾਜਪਾਲ ਤਾਂ ਵੈਸੇ ਵੀ ਆਪਾਂ ਕਈ ਮਰਤਬਾ ਗੱਲ ਕਰ ਚੁੱਕੇ ਹਾਂ ਕਿ ਰਾਜਪਾਲ ਇੱਥੋਂ ਦਾ ਇੱਕ ਬਹੁਤ ਇਸ ਵੇਲੇ ਵਿਵਾਦਪੂਰਨ ਅਹੁਦਾ ਬਣਿਆ ਪਿਆ ਹੈ। ਤੇ ਹੁਣ ਇਹਦੇ ਚ ਕੀ ਹੈ ਕਿ ਲਿਫਾਫਾ ਉੱਥੋਂ ਗਏ ਨੂੰ, ਚੋਣ ਕਮਿਸ਼ਨ ਦੇ ਲਿਫਾਫੇ ਗਏ ਨੂੰ ਕਈ ਦਿਨ ਹੋ ਗਏ ਨੇ, ਉਹ ਹਾਲੇ ਉਦਾਂ ਹੀ ਬੈਠੇ ਆ, ਮਤਲਬ ਕਿ ਜਿੱਦਾਂ ਇੱਕ ਮੌਕਾ ਬਣਾਇਆ ਜਾ ਰਿਹਾ ਜੀ। ਤੇ ਇਸ ਕਰਕੇ ਇਹ ਕਹਾਣੀ ਜਿਹੜੀ ਆ ਕੁਝ ਇਸ ਕਿਸਮ ਦੀ ਹੋਈ ਪਈ ਆ ਕਿ ਗੇਂਦ ਸਾਰੀ ਜਿਹੜੀ ਉਹ ਰਾਜਪਾਲ ਦੇ ਪਾਲੇ ਦੇ ਵਿੱਚ ਆ। ਉਹ ਦੇਰ ਕਰ ਰਹੇ ਆ, ਕੋਈ ਮੌਕਾ ਦੇ ਰਹੇ ਆ ਕਿ ਕੋਈ ਇੱਧਰ ਉੱਧਰ ਦੀ ਕੋਈ ਪੁਆਟਣੀ ਲੱਗ ਜਾਵੇ। ਤਾਂ ਬਹਰਹਾਲ ਹਿੰਮਤ ਸੋਰੇਨ ਨੇ ਵੀ ਗੱਲਾਂ ਦੇ ਵਿੱਚ ਰਾਜਪਾਲ ਤੇ ਨਿਸ਼ਾਨਾ ਜ਼ਰੂਰ ਕੱਸਿਆ। ਵੈਸੇ ਉਹ ਰਿਲੈਕਸ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਫਿਕਰਮੰਦੀ ਤੇ ਸਾਫ਼ ਹੀ ਹੈ। ਤੁਹਾਨੂੰ ਪਤਾ ਹੀ ਹੈ ਅੱਜ ਕੱਲ ਜਿਵੇਂ ਕਾਲੇ ਕੱਛਿਆਂ ਵਾਲਿਆਂ ਦਾ ਡਰ ਹੁੰਦਾ ਸੀਗਾ, ਉਦਾਂ ਹੀ ਖਾਕੀ ਪੈਂਟ ਵਾਲਿਆਂ ਦਾ ਡਰ ਆ ਕਿ ਸਾਡੇ ਵਿਧਾਇਕ ਨਾ ਚੁੱਕੇ ਜਾਣ ਜੀ। ਇਸ ਕਰਕੇ ਉਹ ਵਿਧਾਇਕਾਂ ਨੂੰ ਬੜੀ ਸੇਫਟੀ ਦੇ ਨਾਲ ਲਈ ਫਿਰਦੇ ਆ। ਵੈਸੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਰਤੀ ਰਾਜਨੀਤੀ ਦਾ ਮਜ਼ਾਹੀਆ ਪੱਖ ਆ, ਮਜ਼ਾਹੀਆ ਅੰਦਾਜ਼ ਆ ਕਿ ਇੱਥੇ ਵਿਧਾਇਕ ਜਿਹੜੇ ਕਿ ਲੱਖਾਂ ਲੋਕਾਂ ਦੇ ਨੁਮਾਇੰਦੇ ਹੁੰਦੇ ਆ, ਉਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ। ਮੈਨੂੰ ਡੱਬੀ ਵਿੱਚ ਰੱਖ ਮੁੰਡਿਆ ਤੇ ਗੀਤ ਏਦਾਂ ਦੇ ਆਉਂਦੇ ਆ, ਤਾਂ ਉਦਾਂ ਹੀ ਬਸ ਉਹਨਾਂ ਨੂੰ ਵੀ ਨਾ ਐ ਕੱਚ ਦੀ ਡੱਬੀ ਚ ਹੀ ਸਾਂਭਣਾ ਪੈਂਦਾ ਕਿ ਕਿਤੇ ਇਹ ਕਿਸੇ ਦੇ ਧੱਕੇ ਨਾ ਚੜ ਜਾਣਾ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਪੰਜਾਬ ਵੱਲ ਨੂੰ ਆਏਗੇ। ਸੀਐਮ ਸਾਹਿਬ ਦਰਬਾਰ ਸਾਹਿਬ ਗਏ ਸੀਗੇ ਤੇ ਉਹਨਾਂ ਦੇ ਆਉਣ ਤੇ ਸਿਕਿਉਰਿਟੀ ਦੇ ਜਿਹੜੇ ਇੰਤਜ਼ਾਮ ਸੀਗੇ ਮਿੰਟੂ ਜੀ, ਉਹ ਵਿਵਾਦਾਂ ਦੇ ਵਿੱਚ ਨੇ ਜੀ। ਦੇਖੋ ਇਹਦੇ ਚ ਕੀ ਹੈ ਕਿ ਪਹਿਲਾਂ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ, ਕੱਲ ਗਏ ਸਨ, ਪਰ ਹੌਲੀ ਹੌਲੀ ਕੀ ਹੈ ਕਿ ਜਦੋਂ ਰਿਪੋਰਟਿੰਗ ਹੋਈ, ਕੱਲ ਖੇਡਾਂ ਦਾ ਆਗਾਜ਼ ਹੋਇਆ ਜਿਹਦੀ ਆਪਾਂ ਗੱਲ ਵੀ ਕੀਤੀ ਸੀਗੀ, ਉਸ ਤੋਂ ਪਹਿਲਾਂ ਇਹ ਨਤਮਸਤਕ ਹੋ ਕੇ ਆਏ ਸਨ ਦਰਬਾਰ ਸਾਹਿਬ ਵਿਖੇ। ਦੇਖੋ ਅੱਜ ਇਹ ਗੱਲ ਜਿਹੜੀ ਹੈ ਨਾ, ਉਹ ਪਹਿਲਾਂ ਤੇ ਰਿਪੋਰਟ ਹੋਈ, ਉਸ ਤੋਂ ਬਾਅਦ ਫਿਰ ਇਸ ਗੱਲ ਨੇ ਮੀਡੀਆ ਦੇ ਵਿੱਚ ਤੂਲ ਫੜ ਲਿਆ ਕਿ ਬਈ ਜਦੋਂ ਇਹ ਗਏ ਨੇ ਤਾਂ ਸੰਗਤ ਬੜੀ ਖੱਜਲ ਖੁਆਰ ਹੋਈ ਹੈ, ਬਹੁਤ ਜ਼ਿਆਦਾ। ਵੈਸੇ ਚਲੋ ਅੱਗੇ ਵੀ ਵੀਆਈਪੀ ਜਾਂਦੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਹਰੇਕ ਫੇਰੀ ਤੇ ਜਦੋਂ ਮਤਲਬ ਕੋਈ ਵੀ ਨਤਮਸਤਕ ਹੋਣ ਜਾਂਦਾ ਤਾਂ ਉਸ ਵੇਲੇ ਵੀਆਈਪੀ ਫੇਰੀ ਤੇ ਸੰਗਤ ਜਿਹੜੀ ਆ ਉੱਥੇ ਖਰਾਬ ਨਾ ਹੋਈ ਹੋਵੇਗੀ। ਕਿ ਵੈਸੇ ਪਹਿਲਾ ਮੌਕਾ ਨਹੀਂ। ਹੁਣ ਇਹਦੇ ਚ ਦੋ ਚੀਜ਼ਾਂ ਨੇ, ਸਿਕਿਉਰਿਟੀ ਵੀ ਆਪਣਾ ਇੱਕ ਮਸਲਾ ਹੈ ਆਪਦੇ ਆਪ ਚ, ਫਿਰ ਦੂਜੀ ਗੱਲ ਪ੍ਰੋਟੋਕਾਲ ਹੈ। ਸੀਐਮ ਦੀ ਸਿਕਿਉਰਿਟੀ ਦਾ ਪ੍ਰੋਟੋਕਾਲ ਨਹੀਂ ਤੋੜਿਆ ਜਾ ਸਕਦਾ, ਉਹ ਪ੍ਰੋਟੋਕਾਲ ਦੇ ਮੁਤਾਬਕ ਉਹਨਾਂ ਨੇ ਤੁਰਨਾ ਕਰਨਾ ਹੀ ਆ। ਪਰ ਰੌਲਾ ਇਹ ਸੀਗਾ ਕਿ ਉੱਥੇ ਗਰਮੀ ਬੜੀ ਸੀ, ਗਰਮੀ ਬੜੀ ਸੀ, ਤੇ ਪਲਾਜ਼ੇ ਦੇ ਵਿੱਚ ਬਾਹਰਲਾ ਜਿਹੜਾ ਗਲਿਆਰਾ ਹੈ ਉਹਦੇ ਵਿੱਚ ਘੰਟਾ ਸੰਗਤ ਜਿਹੜੀ ਆ ਰੋਕੀ ਗਈ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਵਾਦ ਬਣ ਗਿਆ ਕਿ ਬਈ ਤੁਸੀਂ ਇੰਨਾ ਜ਼ਿਆਦਾ ਤਾਮ ਝਾਮ ਲੈ ਕੇ ਜਦੋਂ ਆਉਂਦੇ ਹੋ ਤਾਂ ਫਿਰ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ ਆਮ ਲੋਕਾਂ ਨੂੰ। ਤੇ ਉਧਰ ਤੁਹਾਨੂੰ ਪਤਾ ਹੀ ਹੈ, ਮੇਰੇ ਖਿਆਲ ਦੇ ਨਾਲ ਕੱਲ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਸ਼ਾਇਦ ਪਹਿਲਾ ਪ੍ਰਕਾਸ਼ ਦਿਹਾੜਾ ਸੀ, ਹਾਂਜੀ, ਉਹ ਮਨਾਉਂਦੇ ਆ ਨਾ, ਤਾਂ ਉਹ ਦਿਹਾੜਾ ਵੀ ਸੀ। ਹੁਣ ਆਪਾਂ ਨੂੰ ਪਤਾ ਹੈ ਕਿ ਜਿਵੇਂ ਵੀਕਐਂਡ ਹੋਇਆ ਜਾਂ ਖਾਸ ਕੋਈ ਗੁਰਪੁਰਬ ਹੋਇਆ, ਕੋਈ ਹੋਰ ਦਿਨ ਤਿਉਹਾਰ ਆ ਗਿਆ, ਉੱਥੇ ਬਹੁਤ ਜ਼ਿਆਦਾ ਸੰਗਤ ਦਾ ਇਕੱਠ ਹੁੰਦਾ ਹੈ। ਤਾਂ ਉਸ ਦਿਨ ਹੀ ਇਸ ਤਰ੍ਹਾਂ ਦਾ ਜੇ ਕੋਈ ਵੀਆਈਪੀ ਦਾ ਆਮਦ ਹੁੰਦਾ ਹੈ ਤੇ ਉਹ ਫਿਰ ਮੁਸ਼ਕਲ ਦੁੱਗਣੀ ਹੋ ਜਾਏਗੀ। ਹੁਣ ਇਹਦੇ ਚ ਐਸਜੀਪੀਸੀ ਦਾ ਜਿਹੜਾ ਪ੍ਰਤੀਕਰਮ ਆਇਆ ਪਿਆ, ਵੈਸੇ ਐਸਜੀਪੀਸੀ ਦੇ ਇੱਕ ਮੈਂਬਰ ਵੀ ਬੋਲੇ ਨੇ ਟੈਲੀਵਿਜ਼ਨ ਚੈਨਲ ਤੇ, ਉਹਨਾਂ ਨੇ ਕਾਫੀ ਨੁਕਤਾਚੀਨੀ ਕੀਤੀ ਹੈ, ਸਰਦਾਰ ਰਾਮ ਸਿੰਘ ਜੀ ਬੋਲੇ ਸਨ। ਤਾਂ ਇੱਧਰ ਹੁਣ ਇਹਨਾਂ ਦਾ ਇੱਕ ਹੋਰ ਹੈ ਕਿ ਰਾਜਸੀ ਆਗੂ ਗੁਰੂ ਘਰ ਨਿਮਾਣੇ ਸਿੱਖ ਵਜੋਂ ਮੱਥਾ ਟੇਕਣ ਆਉਣ, ਨਾ ਕਿ ਤਾਨਾਸ਼ਾਹੀ ਢੰਗ ਨਾਲ। ਮੇਰੇ ਖਿਆਲ ਦੇ ਨਾਲ ਇਹ ਸ਼ਬਦ ਥੋੜੇ ਜਿਹੇ
ਜ਼ਿਆਦਾ ਕਰੜੇ ਹੋ ਗਏ। ਤਾਂ ਕਹਿਣ ਦਾ ਭਾਵ ਇਹੋ ਆ ਕਿ ਬਈ ਜਿੱਦਾਂ ਕਿੱਦਾਂ ਵੀ ਆ ਕਿ ਥੋੜਾ ਵੇਖਣਾ ਪਵੇਗਾ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਕਿ ਦੇਖੋ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਆਉਣਾ ਤੇ ਜੇ ਉੱਥੇ ਲੋਕ ਤੁਹਾਨੂੰ ਗਾਲਾਂ ਕੱਢੀ ਜਾਣ ਤੇ ਆਪਾਂ ਸੰਗਤ ਨੂੰ ਦੇਖਦੇ ਨਾ ਸਿੱਖੀਜ਼ਮ ਦੇ ਵਿੱਚ ਕੀ ਰੁਤਬਾ ਪ੍ਰਾਪਤ ਆ ਜੀ ਬਿਲਕੁਲ। ਤਾਂ ਸੰਗਤ ਖਰਾਬ ਨਹੀਂ ਹੋਣੀ ਚਾਹੀਦੀ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਰੋਕੋ, ਨਾ ਨਾ ਨਾ। ਭਗਵੰਤ ਮਾਨ ਹੋਵੇ ਚਾਹੇ ਨਰਿੰਦਰ ਮੋਦੀ ਹੋਵੇ, ਇੱਥੇ ਤਾਂ ਤੁਹਾਨੂੰ ਪਤਾ ਨਾ ਸੰਬਿਤ ਪਾਤਰਾ ਵਰਗੇ ਵੀ ਆਏ ਹੋਏ ਨੇ ਗੁਰੂ ਘਰ ਦੇ ਵਿੱਚ, ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਜਿੱਦਾਂ ਦੂਜਿਆਂ ਨੂੰ ਟ੍ਰੀਟ ਕੀਤਾ ਜਾਂਦਾ ਉਸੇ ਤਰ੍ਹਾਂ ਹੀ, ਮਤਲਬ ਕਿ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈ ਤੇ ਨਾ ਹੀ ਹੋਣੀ ਚਾਹੀਦੀ ਆ। ਪਰ ਇਹ ਇਹਨਾਂ ਨੂੰ ਆਪ ਨੂੰ ਦੇਖਣਾ ਚਾਹੀਦਾ ਕਿ ਕੋਈ ਇਸ ਤਰ੍ਹਾਂ ਹੋਵੇ ਕਿ ਅੰਮ੍ਰਿਤ ਵੇਲੇ ਜਾਓ ਇੱਕ ਤੇ ਜੇ ਕੋਈ ਥੋੜਾ ਸਿਕਿਉਰਿਟੀ ਦਾ ਭਾਈ ਕਰਨਾ ਵੀ ਪਵੇ ਤਾਂ ਉਸ ਵੇਲੇ ਤੁਹਾਨੂੰ ਪਤਾ ਹੈ ਕਿ ਠੰਡਾ ਹੁੰਦਾ ਹੈ ਥੋੜਾ, ਤਾਂ ਇਹ ਗਏ ਨੇ ਉਸ ਵੇਲੇ ਤੇ ਗਏ ਵੀ ਅਚਾਨਚੱਕ ਨੇ। ਇਹ ਵੀ ਇੱਕ ਹੈ ਕਿ ਅਚਾਨਚੱਕ ਪ੍ਰੋਗਰਾਮ ਬਣਿਆ ਜੀ, ਬਈ ਘੱਟੋ ਘੱਟ ਅਚਾਨਚੱਕ ਪ੍ਰੋਗਰਾਮ ਨਾ ਬਣਾਓ, ਅਗਾਊ ਸੂਚਨਾ ਦੇਵੋ ਤੇ ਕੋਸ਼ਿਸ਼ ਕਰੋ ਸਵੇਰੇ ਜਾਂ ਸ਼ਾਮ ਦੇ ਪੈਰ। ਵੈਸੇ ਤਾਂ ਚਲੋ VIPs ਦਾ ਟਾਈਮ ਵੀ ਆਪਣਾ ਹੁੰਦਾ, ਉਹਨਾਂ ਦਾ ਸ਼ਡਿਊਲ ਉਸ ਹਿਸਾਬ ਦਾ ਹੁੰਦਾ, ਪਰ ਮੇਰਾ ਮੰਨਣਾ ਇਹ ਆ ਕਿਉਂਕਿ ਦੇਖੋ ਉੱਥੇ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਖਾਸ ਮੌਕਿਆਂ ਤੇ, ਤਾਂ ਉਹ ਜੇ ਸੰਗਤ ਹੀ ਖਰਾਬ ਹੋਵੇ ਤੇ ਫਿਰ ਨਤਮਸਤਕ ਹੋਣ ਦਾ ਫਾਇਦਾ ਕੀ ਹੈ। ਨਿਮਾਣੇ ਸਿੱਖ ਵਜੋਂ ਜ਼ਰੂਰ ਜਾਓ, ਪਰ ਇਹ ਜ਼ਰੂਰ ਹੈ ਕਿ SGPC ਵੀ ਇਸ ਤਰ੍ਹਾਂ ਦੇ ਸ਼ਬਦ ਜਿਹੜੀ ਵਰਤ ਰਹੀ ਹੈ ਇਹਨਾਂ ਨੂੰ ਵੀ ਗੁਰੇਜ਼ ਕਰਨਾ ਚਾਹੀਦਾ। ਹਾਂ, ਕਹਿਣਾ ਚਾਹੀਦਾ ਕਿ ਆ ਭਾਈ ਤੁਸੀਂ ਸਾਡੇ ਨਾਲ ਰਾਬਤਾ ਕਰੋ, ਆਉਣ ਤੋਂ ਪਹਿਲਾਂ ਸਾਨੂੰ ਥੋੜਾ ਅਗਾਊ ਸੂਚਿਤ ਕਰੋ ਤਾਂ ਕਿ ਅਸੀਂ ਆਪਣੇ ਪੱਧਰ ਤੇ ਵੀ ਵੇਖ ਸਕੀਏ ਕਿ ਸੰਗਤ ਖਰਾਬ ਨਾ ਹੋ। ਜੀ ਜੀ, ਅਗਲੀ ਖਬਰ ਦੇ ਵੱਲ ਵਧ ਕੇ ਮਿੰਟੂ ਜੀ ਗੱਲ ਕਰਕੇ ਕੈਪਟਨ ਸਾਹਿਬ ਦੀ। ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਸੀਗਾ ਕਿ ਇਹਨਾਂ ਦੀ ਅਖੀਰਲੀ ਮੰਜ਼ਿਲ ਦਿੱਲੀ ਹੈ, ਪਰ ਇਲਾਜ ਉਪਰੰਤ ਜਦੋਂ ਸਿਹਤਮੰਦ ਹੋ ਗਏ ਸੀਗੇ ਤੇ ਹੁਣ ਪੁੱਤ ਨੂੰ ਲੈ ਕੇ ਦਿੱਲੀ ਪਹੁੰਚੇ ਨੇ। ਨਾਲ ਦਿੱਲੀ ਇੱਕ ਵਾਰੀ ਧਰਨਾ ਦੇਣ ਵੀ ਗਏ ਸੀਗੇ ਪਰ ਆ ਗਏ ਸੀ ਵਾਪਸ ਜੀ। ਦੇਖੋ ਆਖਰੀ ਮੰਜ਼ਿਲ, ਤੁਸੀਂ ਕੀ ਰਾਜਨੀਤੀ ਦੀ ਆਖਰੀ ਮੰਜ਼ਿਲ ਕਹਿ ਰਹੇ ਹੋ ਕਿ ਕੋਈ ਹੋਰ? ਨਹੀਂ ਮੈਂ ਰਾਜਨੀਤੀ ਦੀ ਨਹੀਂ ਦੂਜੀ ਭਵਿੱਖੀ ਤਾਂ ਆਪਾਂ ਨਹੀਂ ਕਹਿ ਸਕਦੇ, ਰਾਜਨੀਤੀ ਦੀ ਆਖਰੀ ਮੰਜ਼ਿਲ ਜਿਹੜੀ ਹੈ ਨਾ ਰਾਜਨੀਤੀ ਦੀ ਜੀ, ਉਹ ਪਤਾ ਨਹੀਂ ਕਿਸੇ ਨੇ ਸੋਚਿਆ ਸੀਗਾ। ਜੇ ਆਪਾਂ ਅੱਜ ਤੋਂ ਸਾਲ 1.5 ਸਾਲ ਪਹਿਲਾਂ ਦੇਖੀਏ ਕਿ ਆਹ ਹਾਲਤ ਹੋ ਜਾਣੀ ਅਮਰਿੰਦਰ ਸਿੰਘ ਦੀ ਕਿ ਅਮਰਿੰਦਰ ਸਿੰਘ ਨੂੰ ਰਾਜਨੀਤੀ ਚ ਬਸ ਮਤਲਬ ਇਹ ਖਬਰਾਂ ਵਾਸਤੇ ਵੀ ਦਿੱਲੀ ਦੇ ਗੇੜੇ ਲਾਉਣੇ ਪੈਣਗੇ। ਵੈਸੇ ਇਹਨਾਂ ਦੇ ਨਸੀਬਾਂ ਚ ਦਿੱਲੀਓ ਹੀ ਲਿਖੀ ਹੈ ਕਿ ਪਹਿਲੀ ਮੰਜ਼ਿਲ ਵੀ ਹੈ ਤੇ ਆਖਰੀ ਮੰਜ਼ਿਲ ਵੀ ਹੈ। ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ, ਬਸ ਇਹਨਾਂ ਨੂੰ ਦਿੱਲੀ ਦੇ ਗੇੜਿਆਂ ਨੇ ਖਾ ਲਿਆ। ਕਦੇ ਉਧਰ ਸੋਨੀਆ ਗਾਂਧੀ ਕੇ, ਕਦੇ ਇੱਧਰ ਕਦੇ ਉਧਰ ਕਦੇ ਇੱਧਰ, ਵਿੱਚੋਂ ਜੇ ਤੇ ਏਦਾਂ ਲੱਗਦੇ ਸੀ ਜਿਵੇਂ ਸਾਂਝੇ ਮੀਂਝੇ ਜੇ ਹੋਣ ਵੀ ਉਹਨੇ ਹੀ ਭਾਰਤੀ ਜਨਤਾ ਪਾਰਟੀ ਦੇ ਹੋਣ, ਹੈਗੇ ਕਾਂਗਰਸ ਦੇ ਵਿੱਚ ਸੀ। ਤਾਂ ਖੈਰ ਇਹਨਾਂ ਨੇ ਮੁਲਾਕਾਤ ਕੀਤੀ ਹੈ। ਦੇਖੋ ਇਸ ਮੁਲਾਕਾਤ ਤੋਂ ਪਹਿਲਾਂ ਇੱਕ ਮੁਲਾਕਾਤ ਮੈਂ ਤੁਹਾਨੂੰ ਜ਼ਰੂਰ ਯਾਦ ਕਰਵਾਉਣੀ ਚਾਹੁੰਦਾ ਹਾਂ ਕਿ ਤਕਰੀਬਨ ਹਫ਼ਤਾ ਕੋ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ ਜਿਹਦੀ ਕਿ ਇਹਨਾਂ ਨੇ ਭਾਫ ਨਹੀਂ ਕੱਢੀ। ਠੀਕ ਹੈ। ਉਸ ਮੀਟਿੰਗ 'ਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਉੱਚ ਕੋਟੀ ਦੇ ਉਹਨਾਂ ਦੇ ਹੈਗੇ ਲੀਡਰਸ਼ਿਪ ਦੇ ਆਗੂ ਸਾਰੇ ਹੀ ਸਨ ਤੇ ਘੰਟਿਆਂ ਵੱਧੀ ਇਹਨਾਂ ਨੇ ਉੱਥੇ ਬੈਠਕ ਕੀਤੀ ਆ। ਉਹਦੇ 'ਚ ਪਰਨੀਤ ਕੌਰ ਮੀਟਿੰਗ ਕਰ ਰਹੀ ਸੀ ਅਮਰਿੰਦਰ ਸਿੰਘ ਦੀ ਥਾਂ ਤੇ, ਕਿਉਂਕਿ ਆਰਾਮ ਕਰ ਰਹੇ ਸੀਗੇ। ਜਿਵੇਂ ਉਹ ਗਾਣਾ ਨਾ ਛੱਲਾ ਰਹਿ ਗਿਆ ਕੱਲਾ, ਤੁਸੀਂ ਉਹ ਦੇਖਿਆ ਹੋਣਾ ਕਿ ਕਿਸੇ ਫਾਰਮ ਹਾਊਸ ਤੇ ਇਕੱਲੇ ਹੀ ਝੰਡਾ ਚੜਾ ਰਹੇ ਸਨ ਜਦੋਂ ਘਰ ਘਰ ਤਿਰੰਗਾ ਮੁਹਿੰਮ ਚੱਲੀ। ਹਾਂਜੀ ਹਾਂਜੀ। ਤਾਂ ਇੱਕ ਤੇ ਆਰਾਮ ਕਰ ਰਹੇ ਸੀਗੇ। ਵੈਸੇ ਆਰਾਮ ਬਹੁਤ ਕਰਦੇ ਆ, ਹੁੰਦਾ ਕੀ ਹੈ ਕਿ ਆਪਣੇ ਯਾਰ ਦੋਸਤ ਖਾਸ ਬੁਲਾ ਲੈਂਦੇ ਆ। ਇਹਨਾਂ ਦੀ ਨਿੱਜੀ ਜ਼ਿੰਦਗੀ ਦਾ ਬਹੁਤ ਵਧੀਆ ਮੈਂ ਸਮਝਦਾ ਕਿ ਫੈਸਲਾ, ਮੈਂ ਇਸ ਚੀਜ਼ ਨੂੰ ਬਹੁਤ ਵਧੀਆ ਕਿਹਾ ਕਿ ਜਦੋਂ ਵੀ ਇਹਨਾਂ ਨੂੰ ਏਦਾਂ ਦਾ ਹੋਵੇ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਪੁਰਾਣਿਆਂ ਨੂੰ ਬੁਲਾਉਂਦੇ ਆ, ਮਹਿਫਲ ਲਾਉਂਦੇ, ਆਪਣਾ ਹੱਸਦੇ ਗਾਉਂਦੇ ਆ ਤੇ ਚਲੋ ਫਿਰ ਵਾਪਸ ਆਉਂਦੇ ਆ। ਖੈਰ ਇਹ ਵਧੀਆ ਇਹਨਾਂ ਦਾ ਭਾਈ ਜੋ ਵੀ ਇਹ ਕਰਦੇ ਨੇ। ਪਰੰਤੂ ਹੋਇਆ ਕੀ ਸੀਗਾ ਕਿ ਉਸ ਮੀਟਿੰਗ ਦਾ ਬੇਸ਼ੱਕ ਇਹਨਾਂ ਨੇ ਜ਼ਿਆਦਾ ਤਾਂ ਪਤਾ ਨਹੀਂ ਕੱਢਿਆ, ਪਰ ਇਹ ਗੱਲ ਸਾਫ਼ ਹੋ ਗਈ ਸੀ ਕਿ ਉਹਦੇ ਵਿੱਚ ਕਾਫੀ ਦੀਰਘ ਵਿਚਾਰਾਂ ਹੋਈਆਂ ਨੇ ਜੀ। ਤਾਂ ਇਹਦੇ ਵਿੱਚੋਂ ਜਿਹੜਾ ਕੋਈ ਮਾਇਨਾ ਨਿਕਲਦਾ, ਮਤਲਬ ਨਿਕਲਦਾ ਮੀਟਿੰਗ, ਉਹ ਵੀ ਅੱਜ ਹੀ ਗਏ ਨੇ ਉੱਥੇ ਦਿੱਲੀ। ਇਹਨਾਂ ਨੇ ਪ੍ਰਧਾਨ ਸੇਵਕ ਦੇ ਨਾਲ ਮੁਲਾਕਾਤ ਕੀਤੀ ਆ। ਹੁਣ ਭੁੱਲ ਤਾਂ ਨਹੀਂ ਗਏ ਨਾ ਕਿ ਪ੍ਰਧਾਨ ਸੇਵਕ ਕੌਣ ਹੈ ਇਸ ਮੁਲਕ ਦੇ ਵਿੱਚ। ਤਾਂ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਨਾਲ ਮੁਲਾਕਾਤ ਕੀਤੀ ਹੈ ਨਾ। ਦੋਨਾਂ ਮੁਲਾਕਾਤਾਂ ਦਾ ਜਾਂ ਮੀਟਿੰਗਾਂ ਦਾ ਜੇ ਤੁਸੀਂ ਇੱਕ ਕਾਮਨ ਕਾਜ਼ ਲੱਭੋਗੇ ਤਾਂ ਉਹ ਇਹ ਨਜ਼ਰ ਆਉਂਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਹੈਗੀ ਹੈ ਛੋਟੀ ਜੀ ਪਾਰਟੀ ਜੀ, ਛੋਟੀ ਜੀ ਪਾਰਟੀ ਜਿਹੜੀ ਹੈਗੀ ਆ ਉਹ ਹੋ ਸਕਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਸਮਾ ਜਾਵੇ। ਹੋ ਜਾਏ ਨਾ ਕਤਰਾ ਮਿਲਾ ਸਮੰਦਰ ਸੇ ਸਮੰਦਰ ਹੋ ਗਿਆ, ਬਸ ਮਤਲਬ ਕਿ ਇਹ
ਸ਼ਾਇਦ ਹੋ ਸਕਦਾ, ਕਿਉਂਕਿ ਰਣਇੰਦਰ ਸਿੰਘ ਨਾਲ ਗਏ ਸਨ ਜੀ ਤੇ ਜਾਪਦਾ ਇਹੋ ਆ ਕਿ ਉਹ ਜਿਹੜੀ ਮੈਂ ਤੁਹਾਨੂੰ ਦੱਸੀ ਇਹਨਾਂ ਦੇ ਘਰ ਦੇ ਵਿੱਚ ਮੀਟਿੰਗ ਹੋਈ, ਉਸ ਤੋਂ ਬਾਅਦ ਇਹ ਮੀਟਿੰਗ ਹੋ ਰਹੀ ਆ ਤੇ ਲੱਗਦਾ ਇਹੋ ਆ ਕਿ ਆਉਣ ਵਾਲੇ, ਦੇਖੋ ਭਾਜਪਾ ਵਾਲੇ ਬਹੁਤ ਤੇਜ਼ੀ ਨਾਲ, ਆਪਾਂ ਕੱਲ ਵੀ ਸ਼ਾਇਦ ਗੱਲ ਕੀਤੀ ਸੀ, ਭਾਜਪਾ ਵਾਲੇ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ ਜੀ। ਉਹ ਚਾਹਣਗੇ ਕਿ ਜਲਦੀ ਜਲਦੀ ਆਪਣਾ ਫੈਸਲਾ ਲਓ, ਇੱਕ ਅੱਧੀ ਟਿਕਟ ਤੁਹਾਨੂੰ ਦੇ ਦੇਵਾਂਗੇ ਪੰਜਾਬ ਦੇ ਵਿੱਚ, ਚੁੱਪ ਕਰਕੇ ਬਹਿ ਜਾਓ। ਕਿਉਂਕਿ ਵੈਸੇ ਭਾਰਤੀ ਜਨਤਾ ਪਾਰਟੀ ਦਾ ਇਹ ਹੈਗਾ ਕਿ ਸਾਥੀਆਂ ਨੂੰ ਠਿੱਬੀ ਵੀ ਬੜੀ ਮਾਰਦੇ ਆ ਤੇ ਜੇ ਕੋਈ ਨਿਭਿਆ ਆਵੇ ਤੇ ਉਹਦੇ ਨਾਲ ਪਿਆਰ ਮੁਹੱਬਤ ਵੀ ਬੜਾ ਕਰਦੇ ਆ ਕਿ ਚਲੋ ਤੁਰਿਆ ਸੀ ਸਾਡੇ ਨਾਲ, ਕੋਈ ਨਹੀਂ ਨਾਲ ਤੁਰਿਆ ਆਊਗਾ ਕਿ ਟਿੱਕੂ ਕਰਿਆ, ਉਹ ਕੋਈ ਫਰਕ ਨਹੀਂ ਪੈਂਦਾ। ਵੈਸੇ ਵੀ ਉਹਨਾਂ ਸਾਰੀਆਂ ਨਾਲ ਟਿਕਟਾਂ ਨਾਲ ਲੜ ਕੇ ਕਰਨਾ ਵੀ ਕੀ ਆ, ਉਹਨਾਂ ਦੇ ਕੰਮ ਦੀਆਂ ਤਾਂ 4-5 ਹੀ ਆ। ਤਾਂ ਖੈਰ ਇਹ ਜਿਹੜਾ ਮਸਲਾ ਹੈ ਸ਼ਾਇਦ ਇੱਥੇ ਹੀ ਜਾ ਕੇ ਨਿਬੜ ਜਾਏਗਾ ਕਿ ਅਮਰਿੰਦਰ ਸਿੰਘ ਇੱਕ ਲੰਬੀ ਗੱਲਬਾਤ ਤੋਂ ਬਾਅਦ ਅਮਿਤ ਸ਼ਾਹ ਜਾਂ ਨਰਿੰਦਰ ਮੋਦੀ ਦੀ ਸਲਾਹ ਦੇ ਨਾਲ ਆਪਣੀ ਪਾਰਟੀ ਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ 'ਚ ਮਰਜ ਕਰ ਲੈਣ। ਜੀ ਬਿਲਕੁਲ ਹੋ ਸਕਦਾ, ਇਹਦੇ ਚੋਂ ਭੱਜ ਨਹੀਂ ਸਕਦੇ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਜਥੇਦਾਰ ਸਾਹਿਬ ਦੇ ਬਿਆਨ ਦੀ। ਧਰਮ ਪਰਿਵਰਤਨ ਨੂੰ ਲੈ ਕੇ ਫਿਰ ਜਥੇਦਾਰ ਸਾਹਿਬ ਗਰਮ ਹੋਏ ਨੇ ਤੇ ਸਰਕਾਰ ਨੂੰ ਪਰਚੇ ਰੱਦ ਕਰਨ ਦੇ ਲਈ ਵੀ ਕਿਹਾ। ਹਾਂਜੀ ਦੇਖੋ, ਇੱਕ ਟਕਰਾਅ ਹੋ ਗਿਆ ਸੀਗਾ ਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ, ਈਸਾਈ ਮਿਸ਼ਨਰੀ ਕੁਝ ਕਰ ਰਹੇ ਸਨ ਪ੍ਰਚਾਰ ਵਗੈਰਾ, ਤੇ ਉੱਥੇ ਨਿਹੰਗ ਸਿੰਘ ਪਹੁੰਚ ਗਏ, ਗੁਰੂ ਕੀ ਲਾਡਲੀ ਫੌਜ, ਤੇ ਇਹਨਾਂ ਨੇ ਬਈ ਉਹ ਖਿਲਾਰ ਦਿੱਤਾ ਉਹਨਾਂ ਦਾ ਪੰਡਾਲ। ਚਲੋ ਮੈਂ ਇਸ ਹੱਕ ਦੇ ਵਿੱਚ ਨਹੀਂ ਆ, ਗੱਲ ਠੀਕ ਹੈ, ਪ੍ਰੋਟੈਸਟ ਆਪਣੀ ਜਗ੍ਹਾ ਤੇ ਚੱਲਦੇ ਰਹਿੰਦੇ, ਪ੍ਰਚਾਰ ਆਪਣੀ ਜਗ੍ਹਾ ਤੇ ਚੱਲਦੇ ਰਹਿੰਦੇ ਆ, ਤਾਂ ਉੱਥੇ ਥੋੜਾ ਹੱਲਾ ਹੋਇਆ ਸੀਗਾ ਇਸ ਤਰ੍ਹਾਂ ਦਾ। ਉਸ ਤੋਂ ਬਾਅਦ ਕੁਛ ਨਿਹੰਗ ਸਿੰਘਾਂ ਤੇ ਮਾਮਲਾ ਦਰਜ ਹੋ ਗਿਆ ਸੀਗਾ, ਤਕਰੀਬਨ ਸ਼ਾਇਦ 150 ਦੇ ਕਰੀਬ ਨਿਹੰਗ ਸਿੰਘ ਸਨ, ਤਾਂ ਉਹਨਾਂ ਦੇ ਪਰਚੇ ਰੱਦ ਕਰਵਾਉਣ ਵਾਸਤੇ ਇਹ ਬੋਲ ਰਹੇ ਸਨ ਗਿਆਨੀ ਜੀ ਹਰਪ੍ਰੀਤ ਸਿੰਘ ਜੀ, ਇਹ ਬੋਲ ਰਹੇ ਸੀ ਕਿ ਬਈ ਗੱਲ ਇਹ ਹੈ ਕਿ ਜ਼ਬਰ ਧਰਮ ਪਰਿਵਰਤਨ ਦਾ ਇਹ ਜਿਹੜਾ ਕੰਮ ਹੈ ਨਾ ਇਹ ਠੀਕ ਨਹੀਂ ਹੈ। ਤਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਇਹਦੇ ਵਿੱਚ ਇੰਟਰਵੀਨ ਕਰੇ ਤੇ ਜਿਹੜੇ ਪਰਚੇ ਰੱਦ ਹੋਏ, ਜਿਹੜੇ ਪਰਚੇ ਦਰਜ ਹੋਏ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਤੇ ਜਬਰੀ ਧਰਮ ਦਾ ਫਿਰ ਉਹਨਾਂ ਨੇ ਕਿਹਾ ਕਿ ਕੋਈ ਵੀ ਕਾਨੂੰਨ ਇਹਦੀ ਇਜਾਜ਼ਤ ਨਹੀਂ ਦਿੰਦਾ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਇਸ ਮਾਮਲੇ ਦੇ ਵਿੱਚ ਪੇਚ ਬੜਾ ਕਸੂਤਾ ਫਸ ਗਿਆ ਜੀ। ਪਹਿਲੀ ਗੱਲ ਤਾਂ ਇਹ ਆ ਕਿ ਇਹ ਸਾਰਾ ਕੁਝ ਲੰਮੇ ਸਮੇਂ ਤੋਂ ਚੱਲਦਾ ਆ, ਵੋਟਾਂ ਵਾਸਤੇ ਲੋਕਾਂ ਨੇ ਜਾਂ ਇਹਨਾਂ ਦੇ ਆਪਣੇ ਖਾਸ ਬੰਦੇ ਜਿਹੜੇ ਆ ਉਹਨਾਂ ਨੇ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ। ਦੂਜੀ ਚੀਜ਼ ਕਿ ਹੁਣ ਵੀ ਇਹ ਧਿਆਨ ਸ਼ਾਇਦ ਨਾ ਦਿੰਦੇ ਤੇ ਦਿੱਲੀ ਚੋਂ ਜਿਹੜੇ ਆਏ ਨੇ, ਅੱਜ ਵੀ ਜੇ ਤੁਸੀਂ ਦੇਖੋਗੇ ਮਨਜੀਤ ਸਿੰਘ ਭੋਮਾ ਜਿਹੜੇ ਦਿੱਲੀ ਕਮੇਟੀ ਵਾਲੇ ਆ, ਉਹ ਇੱਥੇ ਘਰ ਵਾਪਸੀ ਦੀ ਮੁਹਿੰਮ ਚਲਾਈ ਬੈਠੇ। ਉਧਰੋਂ ਹੁਣ ਇਹਨਾਂ ਨੇ ਵੀ ਜਿਵੇਂ ਚਾਵਲਾ ਸਾਹਿਬ ਜਾਂ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ, ਇਹਨਾਂ ਨੇ ਵੀ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਘਰ ਵਾਪਸੀ ਵਾਲਾ। ਮਤਲਬ ਕਿ ਇੱਕ ਪ੍ਰੈਸ਼ਰ ਬਣ ਗਿਆ, ਕਿਉਂਕਿ ਦੇਖੋ ਇਹ ਮੁੱਦਾ ਆਰਐਸਐਸ ਬਹੁਤ ਦੇਰ ਤੋਂ ਚੁੱਕ ਰਹੀ ਸੀ। ਇਹ ਕਹਿੰਦੇ ਨੇ ਹੁਣ ਅੱਜ ਵੀ ਮੈਂ ਕਿਉਂਕਿ ਤੁਸੀਂ ਦੇਖੋ ਮੇਨ ਜਿਹੜੇ ਚੈਨਲ ਨੇ ਆਪਣੇ ਇੱਧਰ ਘਰਾਂ 'ਚ ਚੱਲਦੇ ਨੇ ਨਾ ਪੰਜਾਬ 'ਚ, ਉਹਨਾਂ ਸਾਰਿਆਂ ਤੇ ਅੱਜ ਦਾ ਡਿਬੇਟ ਦਾ ਵਿਸ਼ਾ ਜਿਹੜਾ ਪ੍ਰਾਈਮ ਟਾਈਮ ਸੀ ਉਹ ਇਹੀ ਸੀਗਾ। ਤੁਸੀਂ ਆਪ ਸਮਝ ਲਓ ਕਿ ਕਿੰਨਾ ਹੌਟ ਮੁੱਦਾ ਰਿਹਾ ਅੱਜ। ਤਾਂ ਇਹ ਟੈਲੀਵਿਜ਼ਨ ਡਿਬੇਟ ਦੇ ਵਿੱਚ ਵੀ ਬੋਲ ਰਹੇ ਸਨ ਅਮਰਜੀਤ ਸਿੰਘ ਚਾਵਲਾ ਕਿ ਬਈ ਇਹ ਏਦਾਂ ਜਿਵੇਂ ਇਸ਼ਾਰਾ ਕਰ ਰਹੇ ਸੀਗੇ। ਫਿਰ ਜਿਹੜੇ ਈਸਾਈਆਂ ਦੇ ਉੱਥੇ ਬੁਲਾਰੇ ਸੀਗੇ ਤਾਂ ਉਹਨਾਂ ਨੇ ਵੀ ਗੱਲਾਂ ਬਾਤਾਂ ਦੇ ਵਿੱਚ ਕਹਿ ਦਿੱਤਾ ਕਿ ਬਈ ਇਹ ਆਪਣੇ ਆਕਿਆਂ ਨੂੰ ਖੁਸ਼ ਕਰ ਰਹੇ ਨੇ। ਤਾਂ ਨਾਲ ਕਹਿ ਦਿੱਤਾ ਕਿ ਪਹਿਲਾਂ ਮੁਸਲਮਾਨ ਤੇ ਸਿੱਖਾਂ ਨੂੰ ਲੜਾਇਆ, ਫਿਰ ਹਿੰਦੂ ਤੇ ਸਿੱਖਾਂ ਨੂੰ ਲੜਾਇਆ, ਹੁਣ ਪੰਜਾਬ 'ਚ ਇਹ ਲੜਾਉਣਗੇ ਈਸਾਈ ਤੇ ਹਿੰਦੂਆਂ ਜੀ, ਕਿਉਂਕਿ ਇੱਥੇ ਸਿੱਖ ਮੈਜੋਰਟੀ ਦੇ ਵਿੱਚ ਆ। ਤਾਂ ਤੀਸਰੇ ਪਾਸੇ ਜਿਹੜੇ ਦਿੱਲੀ ਵਾਲੇ ਉਹ ਕਹਿੰਦੇ ਕਿ ਇੱਥੋਂ ਦੀ ਕਮੇਟੀ ਨੇ ਕੰਮ ਨਹੀਂ ਕੀਤਾ ਇਸ ਬਾਬਤ, ਹੁਣ ਅਸੀਂ ਕਰਕੇ ਦਿਖਾਵਾਂਗੇ, ਕਿਉਂਕਿ ਐਸਜੀਪੀਸੀ ਦੀ ਚੋਣ ਐਨ ਕੰਢੇ ਤੇ ਆ। ਹੁਣ ਇੱਕ ਪਾਸੇ ਰੌਲਾ ਹੈ। ਤਾਂ ਜਿਵੇਂ ਹੁਣ ਪਤਾ ਲੱਗਿਆ ਕਿ ਇਹ ਤਾਂ ਦਿੱਲੀ ਵਾਲੇ ਆ ਕੇ ਇੱਥੇ ਦਫ਼ਤਰ ਖੋਲ ਕੇ ਆਪਣੀ ਮੁਹਿੰਮ ਵੀ ਚਾਲੂ ਕਰ ਚੁੱਕੇ ਤੇ ਉਹਦੇ ਵਿੱਚ ਦਾਦੂਵਾਲ ਸਾਹਿਬ ਵਰਗੇ ਤਗੜੇ ਖਿਡਾਰੀ ਵੀ ਆ ਸ਼ਾਮਲ ਉਸ ਟੀਮ ਦੇ ਵਿੱਚ, ਇਹ ਤਾਂ ਲੈ ਜਾਣਗੇ। ਤਾਂ ਹੁਣ ਤਾਂ ਹੀ ਜੇ ਤੁਸੀਂ ਦੇਖੋਗੇ ਪਿਛਲੇ 15-20 ਦਿਨ ਤੋਂ ਇਹ ਬਿਆਨਬਾਜ਼ੀ ਚਾਹੇ ਜਥੇਦਾਰ ਸਾਹਿਬ ਦੀ ਹੋਵੇ ਚਾਹੇ ਹੋਰ ਅਕਾਲੀ ਲੀਡਰਾਂ ਦੀ ਹੋਵੇ, ਬੜੇ ਜ਼ਬਰਦਸਤ ਤਰੀਕੇ ਨਾਲ ਹੋਣੀ ਸਟਾਰਟ ਹੋ ਗਈ। ਚਾਹੇ ਮਾਮਲਾ ਕੁਛ ਹੱਦ ਤੱਕ ਦੇਖੋ ਚੱਲਦਾ ਪਿਆ, ਸਭ ਨੂੰ ਪਤਾ ਹੈ ਉਹ ਕਿਸ ਤਰ੍ਹਾਂ ਕਰਦੇ ਨੇ। ਅੱਜ ਇੱਕ ਘਰ ਵਾਪਸੀ ਦੇ ਦੌਰਾਨ ਤੁਸੀਂ ਕੇਸ ਸਟੱਡੀ ਕਰੋ, ਬੜੇ ਕੰਮ ਦਾ, ਕਿ ਇੱਕ ਪਰਿਵਾਰ ਨੇ ਕਿਹਾ ਕਿ ਸਾਡੇ ਬੱਚੇ ਦੀ ਕਿਡਨੀ ਫੇਲ ਸੀਗੀ, ਕਹਿੰਦੇ ਇਲਾਜ ਕਰ ਦਿੰਦੇ ਤੁਹਾਨੂੰ ਜੀ। ਹੁਣ ਇਹ ਕਿੱਦਾਂ ਚੱਲਦਾ ਪਿਆ ਸਾਰਾ। ਅੱਛਾ,
ਫਿਰ ਕਹਿੰਦੇ ਕਿ ਉਹ ਲੁਧਿਆਣੇ ਸੱਦ ਲਿਆ, ਬੱਚਾ ਚਲੋ ਨਾ ਬਚਿਆ, ਦੋਨੇ ਕਿਡਨੀਆਂ ਫੇਲ ਹੋ ਗਈਆਂ ਹੋਣੀਆਂ ਨਾ। ਤਾਂ ਜਦੋਂ ਬੱਚਾ ਮਰ ਗਿਆ ਜੀ ਤੇ ਕਹਿੰਦੇ ਕਿ ਸਾਨੂੰ ਆਂਦੇ ਕਿ ਤੁਸੀਂ ਨਾ ਡੈਡ ਬੋਡੀ ਸਾਨੂੰ ਦੇ ਦਿਓ, ਅਸੀਂ ਜਿੰਦਾ ਕਰ ਦਿਆਂਗੇ। ਆਹ ਗਲਤ ਹੈ ਭਾਈ, ਇਹ ਗਲਤ ਹੈ। ਜੀ ਜੀ ਧਰਮ ਦਾ ਪ੍ਰਚਾਰ ਕਰੋ, ਅਸੀਂ ਇਸ ਹੱਕ 'ਚ ਆ ਕਿ ਠੋਕਮਾ ਪ੍ਰਚਾਰ ਹੋਣਾ ਚਾਹੀਦਾ ਹੈ। ਪਰ ਆਹ ਕੀ ਚੱਲ ਰਿਹਾ ਕਿ ਤੁਸੀਂ ਮੁਰਦਾ ਬੰਦੇ ਨੂੰ ਵੀ ਕਹਿੰਦੇ ਹੋ ਕਿ ਅਸੀਂ ਜਿਉਂਦਾ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਕਿਹਾ ਜਾਂਦਾ ਬਿਮਾਰ ਆਦਮੀ ਨੂੰ। ਇੱਕ ਹੋਰ ਬੀਬੀ ਦੱਸ ਰਹੀ ਸੀ, ਮੈਂ ਬਾਈਟ ਸੁਣ ਰਿਹਾ ਸੀਗਾ ਕਿ ਸਾਨੂੰ ਕਿਹਾ ਗਿਆ, ਦੇਖੋ ਨਿੱਕੀਆਂ ਨਿੱਕੀਆਂ ਗੱਲਾਂ ਨੇ ਯਾਰ, ਮੈਂ ਹੈਰਾਨ ਆ ਕਿ ਉਹ ਬੀਬੀ ਕਹਿੰਦੀ ਕਿ ਮੈਨੂੰ ਬੁਖਾਰ ਨਹੀਂ ਸੀ ਉਤਰਦਾ, ਅਸੀਂ ਤਾਂ ਇੱਧਰ ਚਲੇ ਗਏ, ਕਹਿੰਦੇ ਬੁਖਾਰ ਠੀਕ ਹੋ ਜਾਏਗਾ। ਬੁਖਾਰ ਤੇ ਮੇਰਾ ਹਾਲੇ ਨਹੀਂ ਠੀਕ ਹੋਇਆ। ਤਾਂ ਉਹ ਟੈਸਟ ਪਤਾ ਨਹੀਂ ਕਰਵਾਏ ਹੋਣੇ ਆ ਕਦੇ ਕਿ ਨਹੀਂ ਕਰਵਾਏ, ਜਾਂ ਕੋਈ ਹੋਰ ਵੀ ਪ੍ਰੋਬਲਮ ਹੋ ਸਕਦੀ ਹੈ। ਤਾਂ ਗੱਲ ਇਹ ਹੈ ਕਿ ਵੇਖੋ ਕਿਸ ਤਰੀਕੇ ਦੇ ਨਾਲ ਇਹ ਕੀਤਾ ਜਾ ਰਿਹਾ ਹੈ। ਸੋ ਸਿੱਖ ਧਰਮ ਜਾਂ ਸਨਾਤਨ ਚ ਵੀ ਆਪਾਂ ਦੇਖੀਏ ਗੁਣ ਹੈਗੇ ਆ ਕਿ ਨਾ ਇਹਨਾਂ ਨੇ ਤਲਵਾਰ ਦੇ ਜ਼ੋਰ ਤੇ ਧਰਮ ਪਰਿਵਰਤਨ ਕਦੇ ਕਰਾਏ ਆ, ਨਾ ਪੈਸੇ ਦੇ ਕੇ। ਸਾਡੇ ਗੁਰੂ ਸਾਹਿਬ ਨੇ ਜਦੋਂ ਇਹ ਪੰਥ ਚਲਾਇਆ ਤਾਂ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਵਰਸ਼ੇ ਦੇ ਜ਼ੋਰ ਤੇ ਕਿਹਾ ਹੋਵੇ ਕਿ ਇੱਧਰ ਨੂੰ ਆ ਜਾ, ਨਹੀਂ। ਲੋਕ ਆਪ ਮੁਹਾਰੇ ਆਏ ਸਨ। ਲੋਕ ਅੱਜ ਵੀ ਆਪ ਮੁਹਾਰੇ ਆਉਂਦੇ, ਆਪਾਂ ਦੇਖਦੇ ਆ ਨਾ, ਕੋਈ ਗੋਰਾ ਆ ਗਿਆ, ਕੋਈ ਅਫਰੀਕਨ ਬੋਲਦਾ ਆ ਗਿਆ, ਉਹ ਆਉਂਦੇ ਨੇ, ਉਹਨਾਂ ਨੂੰ ਸਿੱਖਿਆਵਾਂ ਖਿੱਚ ਕੇ ਲਿਆਉਂਦੀਆਂ, ਫਿਲਾਸਫੀਆਂ ਖਿੱਚ ਕੇ ਲਿਆਉਂਦੀਆਂ। ਕਈ ਚਲੇ ਵੀ ਜਾਂਦੇ ਨੇ, ਦੋਏ ਚੀਜ਼ਾਂ ਨੇ। ਪਰ ਅੱਜ ਦਾ ਕੰਮ ਆ ਤਾਂ ਇਹਦੇ ਚੋਂ ਦੇਖੋ, ਜੇ ਤਾਂ ਪ੍ਰਵੀਨ ਜੀ ਤੁਸੀਂ ਇਹਨੂੰ ਨਿਰਪੱਖ ਢੰਗ ਦੇ ਨਾਲ ਜਾਂ ਪੱਤਰਕਾਰ ਦੇ ਨੁਕਤੇ ਨਿਗਾਹ ਨਾਲ ਵੇਖੋਗੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਪ੍ਰਚਾਰ ਦਾ ਤਾਂ ਬਈ ਸੰਵਿਧਾਨ ਵੀ ਹੱਕ ਦਿੰਦਾ, ਉਹਨਾਂ ਨੇ ਵੀ ਕਰਨਾ, ਉਹਨਾਂ ਨੇ ਵੀ ਕਰਨਾ। ਉਹ ਕਹਿਣਗੇ ਇਹ ਲਾਲਚ ਦਿੰਦੇ ਆ ਜੀ, ਉਹ ਕਹਿਣਗੇ ਨਹੀਂ ਨਹੀਂ ਇਹ ਸਾਨੂੰ ਦਬਾਉਂਦੇ ਕਿਉਂਕਿ ਈਸਾਈ ਇੱਥੇ ਮਾਈਨੋਰਿਟੀ ਨੇ, ਇਹ ਵੀ ਇੱਕ ਰੌਲਾ ਬਣੇਗਾ ਨਾ। ਔਰ ਤੁਹਾਨੂੰ ਪਤਾ ਹੈ ਈਸਾਈਆਂ ਦੀ ਜਿਹੜੀ ਬੈਕ ਆ ਬਹੁਤ ਜ਼ਬਰਦਸਤ ਹੈ। ਤਾਂ ਫਿਰ ਮਾਮਲਾ ਯੂਐਸ ਦੀਆਂ ਰਿਪੋਰਟਾਂ ਤੱਕ ਆ ਜਾਂਦਾ ਜੀ। ਬਿਲਕੁਲ, ਮਾਮਲਾ ਜਦੋਂ ਯੂਐਸ ਦੀਆਂ ਰਿਪੋਰਟਾਂ ਬਣਦੀਆਂ ਨੇ ਨਾ, ਉਹਨਾਂ ਤੱਕ ਆ ਜਾਂਦਾ। ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਸ਼ਾਇਦ ਸਾਡੇ ਲੀਡਰਾਂ ਨੂੰ ਨਹੀਂ ਪਤਾ ਹੋਏਗਾ, ਤੋਂ ਫਿਰ ਮੁੜ ਕੇ ਪੂਰਾ ਘੰਡੀ ਤੇ ਗੂਠਾ ਰੱਖ ਦਿੰਦੇ ਨੇ। ਐ ਨਹੀਂ ਸਾਡੇ ਮਿਸ਼ਨਰੀ ਜਿਹੜੇ ਬਈ ਉਹ ਜਾਣਗੇ। ਆਪਾਂ ਨੂੰ ਸਭ ਨੂੰ ਪਤਾ, ਤੁਸੀਂ ਇਹਨਾਂ ਦੇ ਮੁਲਕਾਂ 'ਚ ਰਹਿੰਦੇ, ਤੁਹਾਨੂੰ ਪਤਾ ਹੈ ਕਿ ਇਹਨਾਂ ਦੀਆਂ ਸੰਸਥਾਵਾਂ ਕਿੰਨੀਆਂ ਮਜ਼ਬੂਤ ਨੇ ਜੀ। ਬਿਲਕੁਲ। ਸੋ ਇਸ ਕਰਕੇ ਗੱਲ ਇਹ ਆ ਕਿ ਸਾਰੇ ਪੱਖ ਵਿਚਾਰਨੇ ਪੈਣਗੇ, ਕਿਉਂਕਿ ਸੰਘ ਹਮੇਸ਼ਾ ਇਸ ਗੱਲ ਨੂੰ ਤਰਜੀਹ ਦਿੰਦਾ ਹੈ ਕਿ ਮੁਸਲਮਾਨ ਤੇ ਈਸਾਈ ਉਹ ਪਾਸੇ ਕਰੋ, ਇਹਨਾਂ ਦੋਨਾਂ ਨੂੰ ਕਹਿੰਦਾ ਹੈ। ਇਹ ਸੋਚਣਾ ਪਏਗਾ। ਪਰ ਇੱਥੇ ਸਮੱਸਿਆ ਵੱਖਰੀ ਕਿਸਮ ਦੀ ਇੱਥੇ ਹੈ, ਕਨਵਰਜ਼ਨ ਵੀ ਹੈ। ਹੁਣ ਇਹਦੇ 'ਚ ਜੇ ਆਪਾਂ ਦੇਖੀਏ ਤਾਂ ਭਾਈ, ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਰੋਕਣਾ, ਪ੍ਰਚਾਰ ਤੋਂ ਨਹੀਂ ਆਪਾਂ ਰੋਕ ਰਹੇ, ਹਿੰਦੂ ਨੇ ਵੀ ਕਰਨਾ, ਮੁਸਲਮਾਨ ਨੇ ਵੀ ਕਰਨਾ, ਸਿੱਖ ਨੇ ਵੀ ਕਰਨਾ, ਈਸਾਈ ਨੇ ਵੀ ਕਰਨਾ, ਬੋਧੀਆਂ ਵੀ ਕਰਨਾ, ਜੈਨੀਆਂ ਵੀ ਕਰਨਾ, ਪਾਰਸੀਆਂ ਵੀ ਕਰਨਾ, ਕੋਈ ਚੱਕਰ ਨਹੀਂ ਹੈ। ਗੱਲ ਇਹ ਹੈ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਕੋਈ ਨਿਸਤਾਰਾ ਕਰਨਾ ਹੋਵੇ ਤਾਂ ਘੱਟੋ ਘੱਟ ਫਿਰ ਜੇ ਤੁਸੀਂ ਸਿੱਖ ਰਹਿਬਰ ਹੋ, ਸਿੱਖ ਲੀਡਰ ਹੋ, ਚਾਹੇ ਤੁਹਾਡਾ ਧੜਾ ਕੋਈ ਆ, ਚਾਹੇ ਸੰਪਰਦਾ ਕੋਈ ਆ, ਤਾਂ ਘੱਟੋ ਘੱਟ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕਿ ਭਾਈ ਇਸ ਤਰ੍ਹਾਂ ਦਾ ਕਾਨੂੰਨ ਬਣਾ ਦਿਓ ਕਿ ਪਖੰਡਵਾਦ ਤਹਿਤ ਕਨਵਰਜ਼ਨ ਨਹੀਂ ਹੋਵੇ। ਬਸ ਸਿੰਪਲ ਫੰਡਾ। ਜਿਵੇਂ ਆਪਾਂ ਦੇਖਿਆ ਕਈਆਂ ਥਾਵਾਂ ਤੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣ ਜਾਂਦੇ ਨੇ ਜੀ, ਤਾਂ ਤੁਸੀਂ ਇਹ ਕਹੋ ਕਿ ਕਿਸੇ ਨੂੰ ਅੰਧ ਵਿਸ਼ਵਾਸ 'ਚ ਪਾ ਕੇ ਧਾਰਮਿਕ ਸਰਗਰਮੀਆਂ ਨਹੀਂ ਵਧਾ ਸਕਦੇ, ਗੱਲ ਖਤਮ ਹੋ ਜਾਏਗੀ। ਸੋ ਸਾਡੇ ਕੋਲ ਜਦੋਂ ਆਪਸ਼ਨ ਨੇ ਇਸ ਤਰ੍ਹਾਂ ਦੇ, ਫਿਰ ਸਾਰੇ ਧਰਮਾਂ ਤੇ ਲਾਗੂ ਹੋਏਗਾ। ਇਹ ਨਹੀਂ ਹੈ ਕਿ ਤੁਸੀਂ ਫਿਰ ਮੁੜ ਕੇ ਤੁਸੀਂ ਪਖੰਡ ਜਾਂ ਅੰਧ ਵਿਸ਼ਵਾਸ ਕੋਈ ਦੂਸਰੇ ਧਰਮ ਵਾਲੇ ਸਟਾਰਟ ਕਰ ਦਿਓ। ਨਹੀਂ, ਗੱਲ ਇਹ ਹੈ ਕਿ ਇਹ ਕਾਇਦਾ ਕਾਨੂੰਨ ਬਣਾਇਆ ਜਾ ਸਕਦਾ ਹੈ ਜੀ, ਪਰ ਅਸੀਂ ਕਿਉਂਕਿ ਜਦੋਂ ਜਾਣਾ ਹੀ ਦੂਜੇ ਪਾਸੇ, ਅਸੀਂ ਕਿਸੇ ਸਹੀ ਪਾਸੇ ਨਾਲੇ ਫਿਰ ਇੱਥੇ ਸਰਕਾਰ ਭੱਜ ਨਹੀਂ ਸਕਦੀ, ਸਰਕਾਰ ਤੁਹਾਨੂੰ ਸਪੋਰਟ ਕਰੇਗੀ। ਇਸ ਕਰਕੇ ਇਹ ਵਿਚਾਲੜਾ ਰਸਤਾ ਕੱਢਿਆ ਜਾਣਾ ਚਾਹੀਦਾ। ਮੈਂ ਤੁਹਾਨੂੰ ਸਾਰੇ ਪੱਖ ਦੱਸਦੇ ਨੇ, ਸਾਈਆਂ ਦਾ ਵੀ, ਸਿੱਖਾਂ ਦਾ ਵੀ, ਤੇ ਸਿੱਖਾਂ ਦੇ ਦੋ ਧੜਿਆਂ ਦਾ ਵੀ। ਇਸ ਕਰਕੇ ਸਿੱਟਾ ਤੇ ਉਹ ਨਿਕਲਦਾ ਕਿ ਬਈ ਆਉਣ ਵਾਲੇ ਸਮੇਂ 'ਚ ਕਿਤੇ ਵੱਡਾ ਟਕਰਾਅ ਨਾ ਹੋ ਜਾਵੇ। ਜਿਵੇਂ ਨਿਹੰਗ ਸਿੰਘ ਜਥੇਬੰਦੀਆਂ ਹੁਣ ਜਿਵੇਂ ਇਦਾਂ ਦੇ ਬਿਆਨ ਆਉਣਗੇ, 5 ਨੂੰ ਫਿਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡਾ ਇਕੱਠ ਰੱਖ ਲਿਆ, ਉੱਥੇ ਕੋਈ ਮਤਾ ਪਾਸ ਹੋ ਜਾਂਦਾ ਹੈ। ਕੱਲ ਨੂੰ ਕੋਈ ਚੀਜ਼ਾਂ ਜਿਹੜੀਆਂ ਉਹ ਕਿਸੇ ਹੋਰ ਟਰੈਕ ਨੂੰ ਤੁਰ ਪੈਂਦੀਆਂ ਤੇ ਉਹ ਚੀਜ਼ਾਂ ਠੀਕ ਨਹੀਂ ਹੋਣਗੀਆਂ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਸਾਰਿਆਂ ਦੀ ਜਗ੍ਹਾ, ਚਾਹੇ ਕੋਈ ਕਿਸੇ ਵੀ ਮਜ਼ਹਬ ਦਾ, ਸਾਂਝੀ ਜਗ੍ਹਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਬਿਆਨ ਦੀ। ਗੁਜਰਾਤ ਤੇ ਮਹਾਰਾਸ਼ਟਰ ਨੂੰ ਜ਼ਿੰਮੇਵਾਰ ਦੱਸਿਆ ਪੰਜਾਬ ਪੁਲਿਸ ਨੇ। ਮਸਲਾ ਕੋਈ ਨਸ਼ੇ ਦੀ ਖੇਪ ਦਾ ਜਾਂ ਕੁਝ ਹੋਰ ਕੋਈ ਮਸਲਾ?
ਦੇਖੋ ਇਹ ਡਰਗ ਰਿਕਵਰੀ ਦਾ ਹੀ ਹੈ, ਤਾਂ ਜੀ ਇਹਨਾਂ ਨੇ ਕੁੱਲ ਜੋੜ ਲਾ ਕੇ ਦੱਸਿਆ ਵਾ ਕਿ ਕਿਵੇਂ ਤੁਸੀਂ ਸਾਨੂੰ ਬਈ ਖੱਜਲ ਕਰ ਰਹੇ ਹੋ ਹੂੰ ਕਿ 2 ਮਹੀਨਿਆਂ ਚ ਕਹਿੰਦੇ ਆ ਕਿ 2 ਬੰਦਰਗਾਹਾਂ ਤੋਂ ਆਇਆ ਜੀ 185 ਕਿਲੋ ਡਰਗ ਫੜਿਆ। ਡਰਗ ਕਿਹੜਾ? ਹੀਰੋਇਨ, ਹੈਰੋਇਨ ਹੂੰ ਜਿਹਨੂੰ ਆਪਾਂ ਕਹਿੰਦੇ ਨੇ। ਹੂੰ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ ਕਿ ਜਿਹੜੇ ਸਾਡੇ ਆਈਜੀ ਹੈਡਕੁਆਟਰ ਸੁਖਚੈਨ ਸਿੰਘ ਗਿੱਲ, ਜੀ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ। ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਹੂੰ ਇਹਨਾਂ ਸਮਾਨ ਜਿਹੜਾ ਬਈ ਆ ਰਿਹਾ, ਇਹਦਾ ਮਾਲਕ ਕੌਣ ਹੈ? ਕੌਣ ਹੈ ਜੀ? ਬਤਾਓ, ਹੁਣ ਦੱਸੋ ਕੌਣ ਹੈ? ਗੁਜਰਾਤ ਚੋਂ ਆ ਰਿਹਾ, ਉਹ ਕਹਿੰਦੇ, ਤੇ ਹੂੰ ਕਿੰਨਾ ਨਿਕਲ ਰਿਹਾ ਜੀ ਇਹ ਵੀ ਪਤਾ ਲਾ ਲਓ। ਬਿਲਕੁਲ ਗੱਲਾਂ ਦੋਨੇ ਹੀ ਸਹੀ ਆ, ਕਿਉਂਕਿ ਕੇਜਰੀਵਾਲ ਦੇ ਬੋਲਣ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਨੇ ਬੋਲੀ ਮਾਰੀ ਹੈ ਕਿ ਭਾਈ ਗੁਜਰਾਤ ਤੇ ਮਹਾਰਾਸ਼ਟਰ ਦੇ ਜਿਹੜੇ ਕੁਝ ਬੰਦਰਗਾਹ ਨੇ ਉਹ ਡਰੱਗ ਤਸਕਰੀ ਲਈ ਹੌਟਸਪੌਟ ਬਣ ਰਹੇ ਆ। ਜੀ ਹੁਣ ਆਈਓ ਗੱਲ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਕਹਿ ਰਹੇ ਹਾਂ ਕਿ ਉਸਤਾਦ ਉੱਥੇ ਤੇ ਯਾਰ ਫੈਕਟਰੀਆਂ ਲੱਗੀਆਂ ਹੋਈਆਂ ਨੇ। ਹੂੰ ਅਮਿਤ ਸ਼ਾਹ ਆ ਕੇ ਇੱਥੇ ਤੁਹਾਨੂੰ ਦਬਾ ਜਾਂਦਾ ਕਿ ਤੁਹਾਡੇ ਤੋਂ ਨਸ਼ਾ ਬੰਦ ਨਹੀਂ ਹੁੰਦਾ, ਪਰ ਤੁਹਾਡੀ ਤੇ ਬੋਲਤੀ ਬੰਦ ਆ, ਤੁਸੀਂ ਤੇ ਉਹਦੇ ਅੱਗੇ ਬੋਲ ਹੀ ਨਹੀਂ ਸਕਦੇ। ਨਾ ਨਾ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਕਿ ਮੁੰਦਰਾ ਪੋਰਟ ਤੇ ਕੌਣ ਸੀ ਬਈ? ਨਹੀਂ ਤੁਹਾਡੇ ਤੋਂ ਫੈਕਟਰੀ ਫੜੀ ਗਈ ਹੈ, 1400 ਕਰੋੜ ਦਾ ਡਰੱਗ ਫੜਿਆ ਗਿਆ, ਬਣਾਈ ਜਾਂਦੇ ਸੀ ਉਹ। ਅੱਜ ਦਾ ਭੋਲੇ ਹੋਰਾਂ ਨੇ ਕੰਮ ਸਟਾਰਟ ਕਰ ਰੱਖਿਆ ਸੀਗਾ। ਜੀ 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 ਉਹਦਾ ਤੇ ਪਤਾ ਹੀ ਨਹੀਂ ਕਿੰਨਾ ਸਾਰਾ ਇਧਰ ਨੂੰ ਆ ਰਿਹਾ, ਨਾਰਥ ਨੂੰ ਆ ਰਿਹਾ ਹੈ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਬਈ ਇਹ ਗੱਲ ਜਿਹੜੀ ਕਹੀ ਆ ਪੁਲਿਸ ਨੇ, ਕੇਜਰੀਵਾਲ ਨੇ, ਇਹ ਗੱਲ ਸਹੀ ਕਹੀ ਆ, ਪਰ ਪੰਜਾਬ ਦਾ ਲੀਡਰ ਕੋਈ ਨਹੀਂ ਬੋਲਦਾ, ਕੋਈ ਜੁਰਤ ਨਾਲ ਨਹੀਂ ਕਹਿੰਦਾ ਕਿ ਬਈ ਤੁਸੀਂ ਪਾਕਿਸਤਾਨ ਦੀ ਮਾਰ ਦੇ, ਵਾਹ ਹੋ ਗਿਆ ਜੀ, ਇਹ ਏਦਾਂ ਕਰ ਦਿਆਂਗੇ। ਫਿਰ ਤੁਸੀਂ ਕਹਿ ਦਿੰਦੇ ਹੋ ਕਿ ਪੰਜਾਬੀ ਉੜਤਾ ਪੰਜਾਬ ਤੇ ਫਲਾਣਾ ਪੰਜਾਬ, ਉਹ ਬਰਬਾਦ ਕੌਣ ਕਰ ਰਿਹਾ? ਬਿਲਕੁਲ ਪੰਜਾਬ ਦਾ ਚਲੋ ਹੋ ਸਕਦਾ ਹੈ ਕੋਈ ਉਹਦੇ ਚ 4 ਆਨੇ ਕੋਈ ਹੋਏਗਾ, ਉਸ ਤਸਕਰੀ ਦਾ ਹੋਏਗਾ ਉਹਦੇ ਚ ਹਿੱਸਾ, ਤੇ 12 ਆਨੇ ਕਿਧਰੋਂ ਹੋ ਰਹੀ ਹੈ ਵੀ ਜੀ। ਹੁਣ ਅੱਛਾ, ਕਾਮਨਵੈਲਥ ਚੈਂਪੀਅਨ ਕੁੜੀ ਦਾ ਘਰ ਵਾਲਾ ਹਰਿਆਣੇ ਚ ਮਰ ਗਿਆ ਓਵਰਡੋਜ਼ ਦੇ ਨਾਲ, ਉਹ ਕੌਣ ਮਾਰਾ ਹੈ? ਅੱਗੇ ਤੇ ਹਰਿਆਣੇ ਵਾਲੇ ਕਹਿੰਦੇ ਸਾਨੂੰ ਪੰਜਾਬ ਮਾਰਤਾ ਹੈ ਜੀ। ਸੋ ਇਸ ਮੁੱਦੇ ਤੇ ਸਾਡੇ ਲੀਡਰਾਂ ਨੂੰ ਬੋਲਣਾ ਚਾਹੀਦਾ ਹੈ ਕਿ ਇਸ ਵੇਲੇ ਵਾਕਿਆ, ਮੈਂ ਅੱਜ ਪੰਜਾਬ ਬਹੁਤ ਘੱਟ ਹੈ, ਬਹੁਤ ਰੇਅਰ ਹੈ ਜਦੋਂ ਮੈਂ ਪੁਲਿਸ ਨਾਲ ਸਹਿਮਤ ਹੋਵਾਂ, ਪਰ ਅੱਜ ਮੈਂ ਪੁਲਿਸ ਨਾਲ ਪੂਰਨ ਤੌਰ ਤੇ ਸਹਿਮਤ ਹੋਵਾਂਗਾ ਕਿ ਇਹ ਵਾਕਿਆ ਹੌਟਸਪੌਟ ਉੱਥੇ ਬੜੇ ਖਤਰਨਾਕ ਬਣ ਰਹੇ ਆ। ਔਰ ਜਿੰਨੇ ਵੀ ਕਿੰਗ ਪਿਨ ਹੈ ਉਹ ਜ਼ਿਆਦਾਤਰ ਜਿਹੜੇ ਆ ਉਹ ਕਹਿ ਲੋ ਕਿ ਬਹੁਤ ਚੜ੍ਹਤਾਂ ਵਾਲੇ ਆ, ਬਹੁਤ ਚੜ੍ਹਤਾਂ ਵਾਲੇ ਆ। ਤਾਂ ਉਹ ਕਿਵੇਂ ਮਾਲ ਟਪਾ ਲੈਂਦੇ ਆ, ਇਹ ਜਾਂਚ ਪੜਤਾਲ ਦਾ ਵਿਸ਼ਾ। ਔਰ ਹੁਣ ਤੱਕ ਕੋਈ ਵੀ ਵੱਡੀ ਜਾਂਚ ਪੜਤਾਲ ਨਹੀਂ ਹੋਈ ਕਿ ਬਈ ਉੱਥੇ ਪੋਰਟ ਤੇ ਕੌਣ ਬੰਦਾ ਰਲਿਆ ਪਿਆ, ਕੌਣ ਆ ਜਿਹੜਾ 3-4 ਸਟੇਟਾਂ 'ਚ ਕੋਈ ਤਲਾਸ਼ੀ ਹੀ ਨਹੀਂ ਹੋਣ ਦਿੰਦਾ ਜਾਂ ਕਰਦਾ ਹੀ ਨਹੀਂ ਹੈ, ਉਹ ਕੌਣ ਲੋਕ ਨੇ? ਜੀ ਜੀ ਬਿਲਕੁਲ ਮਿੰਟੂ ਜੀ, ਇੱਕ ਹੋਰ ਦੁਵਿਧਾ ਦੂਰ ਕਰਕੇ ਜਾਇਓ ਜੇ ਤੁਹਾਨੂੰ ਲੱਗਿਆ ਕਿ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ। ਕੀ ਬੰਬੇ ਟੂ ਕਰਾਚੀ ਖੁੱਲਾ ਹੈ? ਕੀ ਗੁਜਰਾਤ ਤੋਂ ਕਰਾਚੀ ਵਾਲਾ ਜਾਂ ਪਾਕਿਸਤਾਨ ਦੇ ਸਾਰੇ ਬਾਰਡਰ ਜਿਹੜੇ ਆ ਉਹ ਵਾਇਆ? ਨਹੀਂ ਆਪਣਾ ਇਹ ਹੈ ਨਾ, ਆਰਾਮ ਤੋਂ ਆਉਂਦਾ ਨਾ, ਆਪਣੀ ਤਜ਼ਾਰਤ ਆਰਾਮ ਨਾਲ ਚੱਲਦੀ ਹੈ। ਹੇਠਾਂ ਤੁਸੀਂ ਨਾ ਉਹ ਨਕਸ਼ਾ ਖੋਲੋ, ਜਦੋਂ ਨਕਸ਼ਾ ਖੋਲੋਗੇ, ਜਦੋਂ ਕਿਉਂਕਿ ਤੁਹਾਡੇ ਕੋਲ ਕੰਪਿਊਟਰ ਹੋਏਗਾ, ਜਦੋਂ ਤੁਸੀਂ ਨਕਸ਼ਾ ਖੋਲ ਲਓਗੇ ਤਾਂ ਤੁਸੀਂ ਸੀ ਦੇਖੋ ਨਾ, ਸਮੁੰਦਰ ਦੇਖੋ, ਸਮੁੰਦਰ ਦੇ ਰਸਤੇ ਹੁਣ ਹੇਠਾਂ ਨੂੰ ਦੇਖੋ ਤਾਂ ਉਹ ਸਾਹਮਣੇ ਦਿਸਦਾ ਹੋਏਗਾ ਤੁਹਾਨੂੰ ਅਫਗਾਨਿਸਤਾਨ ਤੇ ਈਰਾਨ। ਤੇ ਅਫਗਾਨਿਸਤਾਨ ਚੋਂ ਤਾਂ ਸਾਰਾ ਸਮਾਨ ਨਿਕਲਦਾ, ਉਹ ਫਿਰ ਵਾਇਆ ਈਰਾਨ ਜਾਂ ਪਾਕਿਸਤਾਨ ਨੂੰ ਕੱਢ ਦਿੰਦੇ ਨੇ। ਜੇ ਤਾਂ ਪਾਕਿਸਤਾਨ ਕੱਢਦੇ ਤਾਂ ਫਿਰ ਤਾਂ ਆਪਾਂ ਸਿੱਧੇ ਹੀ ਆ ਗਏ, ਨੇੜੇ ਆ ਗਏ। ਤੇ ਕਈ ਵਾਰ ਜਦੋਂ ਪਾਕਿਸਤਾਨ ਨਾਲ ਤਜ਼ਾਰਤ ਬਿਲਕੁਲ ਬੰਦ ਹੁੰਦੀ, ਸਖਤਾਈ ਜ਼ਿਆਦਾ ਹੁੰਦੀ ਹੈ, ਤਾਂ ਉਹ ਇੱਧਰਲਾ ਰੂਟ ਚਲਾ ਲੈਂਦੇ ਨੇ। ਸੋ ਆਹ ਹੈ ਰਸਤਾ। ਜੀ 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 ਜੀ। ਤੇ ਦੂਜੀ ਗੱਲ ਇਹ ਹੈ ਮਿੰਟੂ ਜੀ, ਮੈਨੂੰ ਰੱਖਿਆ ਦੇਸ਼ ਦੇ ਵਿੱਚ ਕੋਈ ਚੰਦ ਕੁ ਸਿਆਸਤਦਾਨ ਹੋਣਗੇ ਜਿਹੜੇ ਅਮਿਤ ਸ਼ਾਹ ਮੂਹਰੇ ਬੋਲਦੇ ਹੋਣਗੇ ਜਾਂ ਉਹਦੇ ਬਿਆਨ ਨੂੰ ਕਾਊਂਟਰ ਕਰਦੇ ਹੋਣਗੇ? ਪੰਜਾਬ 'ਚ ਤਾਂ ਮੈਨੂੰ ਇੱਕ ਵੀ ਨਹੀਂ ਲੱਗਦਾ ਕਿਸੇ ਵੀ ਪਾਰਟੀ ਦਾ। ਨਹੀਂ, ਸਾਡੇ ਜੇ ਪੰਜਾਬ 'ਚ ਇੱਕ ਵੀ ਨਹੀਂ ਹੈਗਾ ਤੇ ਫਿਰ ਦੇਸ਼ 'ਚ ਅਸੀਂ ਕੀ ਭਾਲਦੇ ਹਾਂ? ਹਾਂਜੀ, ਪਿਛਲੇ ਸੋਚਣ ਵਾਲੀ ਗੱਲ ਹੈ ਜੇ ਪੰਜਾਬ 'ਚੋਂ ਹੀ ਜੁਰਤ ਮੁੱਕ ਗਈ, ਜੇ ਪੰਜਾਬ 'ਚੋਂ ਹੀ ਬੁਲੰਦ ਆਵਾਜ਼ ਮੁੱਕ ਗਈ ਤੇ ਭੋਗ ਪੈ ਗਿਆ ਸਮਝੋ। ਇਹਦਾ ਮਤਲਬ ਹੈ ਕਿ ਫਿਰ ਤਾਂ ਖਤਮ ਹੈ ਕਹਾਣੀ, ਕਿਉਂਕਿ ਸਾਰਾ ਦੇਸ਼ ਤਾਂ ਪੰਜਾਬੀਆਂ ਵੱਲ ਵੇਖ ਰਿਹਾ ਹੁੰਦਾ, ਸਿੱਖਾਂ ਵੱਲ ਵੇਖ ਰਿਹਾ ਹੁੰਦਾ ਕਿ ਹਾਂ ਭਾਈ ਜਦੋਂ ਗਲਤ ਨੂੰ ਗਲਤ ਕਹਿਣ ਦੀ ਵਾਰੀ ਆਈ ਤਾਂ ਸਰਦਾਰ ਉੱਠਣਗੇ, ਪੰਜਾਬੀ ਉੱਠਣਗੇ। ਔਰ ਉੱਠਣਾ ਬਣਦਾ ਵੀ ਹੈ ਭਾਈ। ਚਲੋ ਮਿਸਾਲ ਕਈਆਂ ਇਹ ਨਹੀਂ ਹੈ ਸਿਰ ਦੇਣ ਵਾਰੀ ਇਹ ਹੁੰਦੇ ਆ ਤੇ ਸਿਹਰੇ ਪਾਉਣ ਵਾਸਤੇ ਤੁਸੀਂ ਹੋ ਜਾਂਦੇ ਹੋ, ਐਸਾ ਵੀ ਨਹੀਂ ਹੋਣਾ ਚਾਹੀਦਾ। ਪਰ ਕਹਿਣ ਦਾ ਭਾਵ ਇਹ ਆ ਕਿ ਬਈ ਜੋ ਇਹ ਸਾਰਾ ਕੁਝ ਚੱਲ ਰਿਹਾ ਹੈ, ਜੇ ਅਸੀਂ ਇਹ ਕਹਿੰਦੇ ਕਿ ਸਾਡੀ ਲੀਡਰਸ਼ਿਪ 'ਚੋਂ ਆਵਾਜ਼ ਨਹੀਂ ਬੁਲੰਦ ਹੋ ਰਹੀ ਤਾਂ ਪ੍ਰਵੀਨ ਜੀ ਬਹੁਤ ਖਤਰਨਾਕ ਛੁਪੀ ਹੈ, ਬਹੁਤ ਖਤਰਨਾਕ ਛੁਪੀ ਹੈ। ਜੀ ਜੀ ਜੀ। ਸਾਬਕਾ ਆਈਐਸ ਦੀ ਪਤਨੀ ਤੇ ਭਾਜਪਾ ਦੀ ਲੀਡਰ ਨੇ ਜ਼ੁਲਮ ਦੀ ਇੰਤਹਾ ਕਰਤੀ ਮਿੰਟੂ ਜੀ, ਕੋਈ ਖਬਰ ਹੈ?
हाँ जी, देखो ਇਹ ਨਿਤ ਨਹੀਂ ਹੈ ਔਰ ਇਹਨਾਂ ਨੇ ਇਹਨੂੰ ਪੂਰਾ ਉੱਥੇ ਕੋਆਰਡੀਨੇਟਰ ਬਣਾ ਰੱਖਿਆ ਸੀ ਮੇਰੇ ਖਿਆਲ ਦੇ ਨਾਲ ਜੀ। ਵੱਡਾ ਉੱਥੇ ਆਪਦੀ ਸਟੇਟ ਦੇ ਵਿੱਚ ਕਿ ਹੂੰ, ਬੇਟੀ ਪੜਾਓ ਕਿ ਬੇਟੀ ਬਚਾਓ ਬੇਟੀ ਪੜਾਓ ਕੁਛ ਹੂੰ, ਐਸਾ ਜਿਹੜਾ ਇਹਨਾਂ ਨੇ ਚਲਾਇਆ ਸੀਗਾ। ਹੂੰ, ਤਾਂ ਇਹ ਸਾਬਕਾ ਆਈਐਸ ਦੇ ਘਰੋਂ ਆ। ਇਹਦੇ ਘਰੇ ਇੱਕ ਆਦਿਵਾਸੀ ਕੁੜੀ ਸੀ, 8 ਸਾਲ ਇਹਨੇ ਰੱਖੀ, ਓਹ! ਉਹਨੂੰ ਕਦੇ ਪ੍ਰੈਸ ਲਾਈ, ਕਦੇ ਉਹਦੇ ਦੰਦ ਤੋੜ ਦਿੱਤੇ, ਜੀ, ਕਦੇ ਉਸ ਕੁੜੀ ਨੂੰ ਬਾਹਰ ਨਹੀਂ ਜਾਣ ਦਿੱਤਾ। ਜੇ ਕਿਤੇ ਗਲਤੀ ਹੁੰਦੀ ਉਹਦੀ ਜੀਭ ਦੇ ਨਾਲ ਫਰਸ਼ਾਂ ਚਟਾਉਂਦੀ ਸੀ। ਹੂੰ, ਬਹੁਤ ਬੁਰੀ ਹਾਲਤ ਚ ਉਹ ਕੁੜੀ ਬਰਾਮਦ ਕੀਤੀ ਗਈ ਆ। 8 ਜੀ, ਸਾਲ ਸੂਰਜ ਨਹੀਂ ਵੇਖਣ ਦਿੱਤਾ ਗਿਆ। ਉਹ ਅੱਛਾ, ਨਾਲ ਦੀ ਨਾਲ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਹਨੂੰ ਜਿਹੜੀ ਸੰਯੋਜਕ ਸੀ ਇਸ ਮੁਹਿੰਮ ਦੀ ਇਹਨੂੰ ਕੱਢ ਦਿੱਤਾ। ਪਰ ਦੇਖੋ ਇਨਸਾਨੀਅਤ ਦੇ ਪੱਖ ਤੋਂ ਜੇ ਦੇਖੋ ਕਿ ਕਿੰਨਾ ਧੱਕਾ ਹੋ ਰਿਹਾ, ਕਿੰਨਾ ਹੂੰ, ਧੱਕਾ। ਜੀ, ਕਿਸੇ ਇਨਸਾਨ ਨੂੰ ਤਨਖਾਹ ਚੰਗੀਆਂ ਸਹੂਲਤਾਂ ਤੇ ਤੁਸੀਂ ਕੀ ਦੇਣੀਆਂ ਯਾਰ, ਇੰਨਾ ਅਣਮਨੁੱਖੀ ਵਰਤਾਰਾ। ਹੂੰ, ਅਜੇ ਅਸੀਂ ਕਹਿੰਦੇ ਆ ਕਿ ਅਸੀਂ ਇਨਸਾਨ ਆ, ਸਾਡੀ ਜੂਨ ਉੱਤਮ ਆ। ਜੀ, ਤੁਹਾਡੇ ਨਾਲ ਤੇ ਜਾਨਵਰ ਵੀ ਠੀਕ ਨੇ। ਹੂੰ, ਜੀ, 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 ਅੱਛਾ, ਇਹ ਸਟੇਟ ਵੀ ਝਾਰਖੰਡ ਦੀ ਉਹ ਆ। ਮੈਂ ਸਟੇਟ ਦੱਸਣੀ ਭੁੱਲ ਗਿਆ ਸੀ। ਥੋੜੇ ਕਈ ਵਾਰ ਇਮੋਸ਼ਨਲ ਤੌਰ ਤੇ ਹਾਂਜੀ, ਖਬਰਾਂ ਦੇ ਕੁਝ ਪੱਖ ਹੀ ਐਸੇ ਹੁੰਦੇ ਨੇ। ਸੋ ਇਹ ਹੂੰ, ਝਾਰਖੰਡ ਦਾ ਮਾਮਲਾ ਸੀ। ਜੀ, ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ 1-2 ਸਵਾਲਾਂ ਜਿਹੜੇ ਸਿਲੇਬਸ ਤੋਂ ਬਾਹਰ, ਥੋੜੇ ਤਾਂ ਸਿਲੇਬਸ ਤੋਂ ਬਾਹਰ ਨਹੀਂ ਖੈਰ ਹੋ ਕੋਈ ਸਕਦੇ, ਕੋਈ ਗੱਲ ਨਹੀਂ, ਕੋਈ ਉਹਨਾਂ ਦੇ ਗੱਲ ਨਹੀਂ, ਜਵਾਬ ਕੋਈ ਦੇਣ ਦੇ ਸਵਾਲ। ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਜੀ, ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੱਕ ਬ੍ਰੇਕ ਦੇ ਲਈ ਰੁਕਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਅਜ਼ਰਬਾਈਜਾਨ ਤੋਂ ਗ੍ਰਿਫਤਾਰ ਕੀਤਾ ਗਿਆ। ਇਹਦੇ ਨਾਲ ਜ਼ਮਾਨਤ ਤੇ ਬਾਹਰ ਆਏ ਇੱਕ ਕ੍ਰਸ਼ਰ ਮਾਲਕ ਨੇ ਸ਼ਿਕਾਇਤਕਰਤਾਵਾਂ ਨੂੰ ਧਮਕਾਉਣ ਦਾ ਜਿਹੜਾ ਉਹ ਧਮਕੀ ਦਿੱਤੀ ਹੈ, ਤੇ ਉਸ ਤੋਂ ਬਾਅਦ ਸ਼ਿਕਾਇਤਕਰਤਾਵਾਂ ਨੇ ਹੁਣ ਧਮਕਾਉਣ ਦੇ ਦੋਸ਼ ਲਾਏ ਨੇ। ਤੇ ਨਾਲ ਹੀ ਜੇਕਰ ਗੱਲ ਕਰੀਏ ਕਿਸਾਨ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦੀ, ਤਾਂ ਸਰਕਾਰੀ ਇੱਕ ਰਿਪੋਰਟ ਆਈ ਹੈ, ਜਿਹਦੇ ਵਿੱਚ ਇਹਨਾਂ ਸਥਿਤੀਆਂ ਬਾਰੇ ਜ਼ਿਕਰ ਕੀਤਾ ਗਿਆ। ਪਰ ਇਹਨਾਂ ਸਾਰੀਆਂ ਖਬਰਾਂ ਦੀ ਤਫਸੀਲ ਤੇ ਚਰਚਾ ਕਰਾਂਗੇ ਆਪਾਂ ਬ੍ਰੇਕ ਤੋਂ ਬਾਅਦ। ਮਿਲਦੇ ਹਾਂ ਜੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਖਬਰ ਤੇ ਨਜ਼ਰ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਇਸ ਕਤਲ ਦਾ ਮਾਸਟਰਮਾਈਂਡ ਤੇ ਲਾਰੈਂਸ ਬਿਸ਼ਨੋਈ ਦਾ ਭਾਣਜਾ ਸਚਿਨ ਥਾਪਨ ਅਜ਼ਰਬਾਈਜਾਨ ਦੇ ਵਿੱਚ ਗ੍ਰਿਫਤਾਰ ਹੋਇਆ। ਮਾਨਸਾ ਪੁਲਿਸ ਦੀ ਚਾਰਜਸ਼ੀਟ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਵਜੋਂ ਨਾਮਜ਼ਦ ਅਤੇ ਇਸ ਕਤਲ ਦੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਕੈਨੇਡਾ ਤੋਂ ਕੀਨੀਆ ਚਲਾ ਗਿਆ, ਜਿਸ ਦੀ ਲੋਕੇਸ਼ਨ ਪੁਲਿਸ ਨੂੰ ਪਤਾ ਲੱਗ ਗਈ ਹੈ। ਇਹ ਦੋਵੇਂ ਫਰਜ਼ੀ ਪਾਸਪੋਰਟ ਜ਼ਰੀਏ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਭਾਰਤ ਛੱਡ ਗਏ ਸਨ। ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰਾਲੇ ਦੇ ਉਪਰਾਲੇ ਦੇ ਨਾਲ ਇਹਨਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਵਿਦੇਸ਼ ਮੰਤਰਾਲੇ ਨੂੰ ਉਹਨਾਂ ਦੀ ਅਪਰਾਧਿਕ ਹਿਸਟਰੀ ਭੇਜੀ ਸੀ। ਸਚਿਨ ਥਾਪਰ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਇੱਕ ਟੀਵੀ ਚੈਨਲ ਦੇ ਰਾਹੀਂ ਲਈ ਸੀ। ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੀ ਚਾਰਜਸ਼ੀਟ ਦੇ ਵਿੱਚ ਸ਼ਾਮਲ ਵਿਦੇਸ਼ ਦੇ ਵਿੱਚ ਰਹਿੰਦੇ ਚਾਰੇ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਇਸ ਬੰਦੇ ਨੇ ਜ਼ਿੰਮੇਵਾਰੀ ਲਈ ਸੀ ਕਿ ਮੈਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ। ਇਹਨਾਂ ਦੇ ਪਾਸਪੋਰਟ ਕਿਵੇਂ ਬਣੇ, ਇਹ ਬਾਹਰ ਕਿਵੇਂ ਭੱਜ ਗਏ, ਇਹ ਇੱਕ ਅਲੱਗ ਤੋਂ ਜਾਂਚ ਦਾ ਵਿਸ਼ਾ ਹੋ ਸਕਦਾ ਹੈ। ਗੱਲ ਕਰਦੇ ਹਾਂ ਮਾਈਨਿੰਗ ਦੀ, ਜਿਹੜੀ ਕਿ ਜਾਇਜ਼ ਵੀ ਹੈ ਤੇ ਕਈ ਥਾਈਂ ਨਜਾਇਜ਼ ਵੀ ਹੈ, ਜ਼ਿਆਦਾ ਨਜਾਇਜ਼ ਵੀ ਹੈ। ਪੌਂਗ ਡੈਮ ਦੇ ਹੇਠਾਂ 52 ਗੇਟਾਂ ਦੇ ਕੋਲ 2 ਸਾਲਾਂ ਤੱਕ ਬਿਨਾਂ ਇਜਾਜ਼ਤ ਤੋਂ ਕ੍ਰਸ਼ਰ ਚਲਾਉਣ ਦੇ ਦੋਸ਼ ਹੇਠ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਮੁਲਜ਼ਮਾਂ ਤੇ ਜ਼ਮਾਨਤ ਮਿਲਣ ਤੋਂ ਬਾਹਰ ਆਉਂਦਿਆਂ ਹੀ ਸ਼ਿਕਾਇਤਕਰਤਾਵਾਂ ਵੱਲੋਂ ਉਹਨਾਂ ਨੂੰ ਧਮਕਾਉਣ ਦਾ ਦੋਸ਼ ਲਾਇਆ ਗਿਆ। ਇਸ ਸੰਬੰਧੀ ਤਲਵਾੜਾ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਹਾਲੇ ਤੱਕ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਹੋਣ ਦੇ ਵਿਰੁੱਧ ਸ਼ਿਕਾਇਤਕਰਤਾਵਾਂ ਨੇ ਪੁਲਿਸ ਅਧਿਕਾਰੀਆਂ ਤੇ ਵੀ ਪੱਖਪਾਤ ਕਰਨ ਦੇ ਦੋਸ਼ ਲਾਏ ਨੇ। ਇੱਥੇ ਦੱਸਣਾ ਬਣਦਾ ਹੈ ਕਿ ਕੁਝ ਪਿੰਡ ਵਾਸੀਆਂ, ਜਿਨ੍ਹਾਂ ਦੇ ਵਿੱਚ ਸਰੂਪ ਸਿੰਘ, ਬਖਸ਼ੀਸ਼ ਸਿੰਘ, ਮਹਿੰਦਰ ਸਿੰਘ, ਇਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਗੈਰ ਕਾਨੂੰਨੀ ਕ੍ਰਸ਼ਰ ਸੰਬੰਧੀ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਬੇਸ਼ੱਕ ਤਲਵਾੜਾ ਪੁਲਿਸ ਨੇ ਕ੍ਰਸ਼ਰ ਮਾਲਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ, ਪਰ ਪੁਲਿਸ ਵੱਲੋਂ ਕੇਸ ਦੀ ਜਾਂਚ ਦੇ ਵਿੱਚ ਵਰਤੀ ਗਈ ਢਿੱਲ ਮੱਠ ਦੇ ਕਰਕੇ ਅੱਜ ਮੁਲਜ਼ਮ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਪੁਲਿਸ ਤੇ ਮਾਇਨੇ ਵਿਭਾਗ ਦੇ ਅਧਿਕਾਰੀ 1 ਮਹੀਨੇ ਤੋਂ ਇਸ ਮਾਮਲੇ ਨੂੰ ਕਥਿਤ ਤੌਰ ਤੇ ਦਬਾਉਣ ਦਾ ਯਤਨ ਕੀਤਾ ਜਾ ਰਿਹਾ। ਦੇਖੋ, ਆਪਾਂ ਆਮ ਤੌਰ ਤੇ ਸਰਕਾਰਾਂ ਨੂੰ ਕੋਸਦੇ ਹਾਂ, ਸਰਕਾਰਾਂ ਨੂੰ ਕੋਸਣਾ ਵੀ ਚਾਹੀਦਾ ਹੈ, ਸਰਕਾਰਾਂ ਨੂੰ ਜਵਾਬਦੇਹ ਬਣਾਉਣਾ ਵੀ ਚਾਹੀਦਾ ਹੈ, ਉਹਨਾਂ ਦੇ ਕੰਮਾਂ ਦੀ ਪੜਚੋਲ ਵੀ ਹੋਣੀ ਚਾਹੀਦੀ ਹੈ, ਨੁਕਸ ਵੀ ਕੱਢਣੇ ਚਾਹੀਦੇ ਨੇ, ਆਲੋਚਨਾ ਵੀ, ਇਹ ਸਾਰਾ ਕੁਝ ਚੱਲਦਾ। ਪਰ ਹਰ ਥਾਂ ਸਰਕਾਰ ਕੀ ਕਰੇ? ਮੰਨ ਲਓ ਸਰਕਾਰ ਨੇ ਕਹਿਤਾ ਬੰਦੇ ਗ੍ਰਿਫਤਾਰ ਹੋ ਗਏ, ਮੁੱਖ ਮੰਤਰੀ ਨੇ ਕਹਿਤਾ ਮੈਨੂੰ ਸ਼ਿਕਾਇਤ ਕਰ ਦਿਓ, ਬੰਦੇ ਗ੍ਰਿਫਤਾਰ ਹੋ ਜਾਣਗੇ, ਹੋ ਗਏ। ਜਦੋਂ ਗ੍ਰਿਫਤਾਰ ਹੋ ਗਏ, ਉਸ ਤੋਂ ਬਾਅਦ ਪੁਲਿਸ ਤੇ ਮਾਇਨੇ ਵਿਭਾਗ ਦੇ ਜਿਹੜੇ ਅਧਿਕਾਰੀ ਹੈ ਉਹ ਇਸ ਮਾਮਲੇ ਨੂੰ ਦਬਾਉਣ ਦਾ ਯਤਨ ਕਰ ਰਿਹਾ ਹੈ। ਹੁਣ ਹਰੇਕ ਥਾਂ ਜੇ ਆਪਾਂ ਕਹੀਏ, ਭਾਵੇਂ ਮੁੱਖ ਮੰਤਰੀ, ਕੋਈ ਮਰਜ਼ੀ ਹੈ, ਹਰੇਕ ਥਾਂ ਮੁੱਖ ਮੰਤਰੀ ਆਪ ਜਾ ਕੇ FIR ਨਹੀਂ ਲਿਖ ਸਕਦਾ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਕਾਨੂੰਨ ਲਾਗੂ ਕਰਨਾ, ਕਾਨੂੰਨ ਨੂੰ ਅੱਗੇ ਲਿਜਾਣਾ, ਸਖਤੀਆਂ ਵਧਾਉਣੀਆਂ, ਇਹ ਪ੍ਰਸ਼ਾਸਨਿਕ ਕੰਮ ਨੇ। ਪ੍ਰਸ਼ਾਸਨ ਦੇ ਵਿੱਚ ਲੋਕਲ ਪ੍ਰਸ਼ਾਸਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਉੱਥੇ SDM ਵੀ ਆਉਂਦਾ, ਉੱਥੇ ਤਹਿਸੀਲਦਾਰ ਵੀ ਆਉਂਦਾ, ਉੱਥੇ ਪਟਵਾਰੀ ਵੀ ਆਉਂਦਾ, ਉੱਥੇ ਪੁਲਿਸ ਵੀ ਆਉਂਦੀ ਹੈ। ਸਾਰੇ ਜਿੰਨੇ ਕੰਮ ਸਾਡੇ ਸਰਕਾਰ ਨਾਲ ਜੁੜੇ ਨੇ, ਉਹ ਜਿਹੜੇ ਲੋਕਲ ਲੈਵਲ ਤੇ ਪ੍ਰਸ਼ਾਸਨ ਆ, ਤਾਂ ਉਹ ਇੱਕ ਕੜੀ ਦੇ ਵਾਂਗੂ ਕੰਮ ਕਰਦਾ ਹੈ। ਤਾਂ ਹੁਣ ਇੱਥੇ ਜੰਗਲਾਤ ਵਿਭਾਗ ਦੇ ਜਿਹੜੇ ਰੇਂਜ ਅਫਸਰ ਹੈ, ਉਹ ਕਹਿੰਦੇ ਵੀ ਜਦੋਂ ਅਸੀਂ ਜਾਂਚ ਕੀਤੀ, ਗੁਰਜਿੰਦਰ ਸਿੰਘ ਉਹਨਾਂ ਦਾ ਨਾਮ, ਤੇ ਉਹ ਕਹਿੰਦੇ ਕੁਝ ਦਰਖਤਾਂ ਦਾ ਵੀ ਨੁਕਸਾਨ ਹੋਇਆ। ਹੁਣ ਲੋਕ ਦੱਸਣ ਤੁਹਾਨੂੰ ਆ ਕੇ ਕੁਰਸੀਆਂ ਤੇ ਬੈਠਿਆਂ ਨੂੰ ਕੀ ਯਾਰ ਆਹ ਨੁਕਸਾਨ ਹੋ ਰਿਹਾ। ਲਾਹਣਤ ਆ ਤੁਹਾਨੂੰ ਜਿਹੜੀਆਂ 90 95 ਹਜ਼ਾਰ ਰੁਪਏ ਤਨਖਾਹਾਂ ਮਿਲਦੀਆਂ, ਤਨਖਾਹਾਂ ਨਾਲ ਤਾਂ ਡੰਗ ਟਪਾਉਂਦੇ ਨਹੀਂ ਬਾਹਲੇ ਅਫਸਰ। ਉਹ ਤਾਂ ਉੱਤੋਂ ਜਿਹੜਾ ਕੰਮ ਚੱਲਦਾ ਹੈ, ਡਿੱਗਦੇ ਆ ਨੋਟ ਨਜਾਇਜ਼ ਮਾਈਨਿੰਗ ਵਾਲੇ, ਜਿਹੜੇ ਪਤਾ ਹੀ ਨਹੀਂ ਲੱਖਾਂ ਚ ਹੈ, ਹਜ਼ਾਰਾਂ ਚ ਹੈ ਜਾਂ ਕਰੋੜਾਂ ਚ, ਉਹਦੇ ਨਾਲ ਡੰਗ ਟਪਾਉਂਦੇ ਆ ਵਿਚਾਰੇ ਮਸਾਂ, ਬੜੀ ਮੁਸ਼ਕਲ ਦੇ ਨਾਲ। ਬਾਅਦ ਦੇ ਵਿੱਚ ਬਾਹਰ ਨੂੰ ਭੱਜਦੇ ਆ, ਕਿਉਂਕਿ ਉੱਥੇ ਜਾਣ ਬੜੀ ਔਖੀ ਹੈ, ਕੰਮ ਕਰਨਾ ਪੈਂਦਾ, ਫੋਨ ਫਾਨ ਚੱਕਣੇ ਪੈਂਦੇ, ਕਈ ਥਾਈਂ ਸਾਈਨ ਕਰਨੇ ਪੈਂਦੇ ਆ, ਬਹੁਤ ਔਖਾ ਕੰਮ ਹੈ, ਕੁਰਸੀਆਂ ਤੇ ਬਹਿਣਾ ਪੈਂਦਾ, ਚਾਹ ਵੀ ਬੈਠਣ ਨੂੰ ਆ ਜਾਂਦੀ ਹੈ। ਤੇ ਉਹ ਕੀ ਕਰਦੇ ਆ, ਹੁਣ ਪੰਡਾਂ ਬੰਨ ਕੇ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਨੂੰ ਉਹਨਾਂ ਨੇ ਵਹੀਰਾਂ ਘੱਤ ਲਈਆਂ, ਜਦੋਂ ਪਤਾ ਲੱਗਿਆ ਕਿ ਇੱਥੇ ਸਖਤੀ ਹੋਊਗੀ। ਸੋ ਇਹ ਹੈ, ਠੀਕ ਹੈ, ਅਸੀਂ ਸਰਕਾਰਾਂ ਨੂੰ ਕੋਸਦੇ ਰਹਾਂਗੇ, ਕਿਉਂਕਿ ਉਹਨਾਂ ਦੀ ਅਕਾਊਂਟੇਬਿਲਿਟੀ ਸਭ ਤੋਂ ਜ਼ਿਆਦਾ, ਅਸੀਂ ਉਹਨਾਂ ਨੇ ਚੁਣਿਆ ਇਸ ਕੰਮ ਵਾਸਤੇ। ਪਰ ਹੁਣ
ਸਖਤੀਆਂ ਸਰਕਾਰਾਂ ਕਰ ਰਹੀਆਂ ਨੇ, ਪਰ ਜੇਕਰ ਹੇਠਲੇ ਲੈਵਲ ਤੇ ਬਲੈਕ ਸ਼ੀਪਸ ਨੇ, ਕਾਲੀਆਂ ਭੇਡਾਂ ਨੇ, ਤਾਂ ਸਰਕਾਰ ਉਹਨਾਂ ਦਾ ਕੀ ਕਰੇ। ਖੈਰ ਜਾਂਦੇ ਜਾਂਦੇ ਇੱਕ ਰਿਪੋਰਟ ਤੇ ਚਰਚਾ ਜ਼ਰੂਰ ਕਰਦੇ ਹਾਂ। 2021 ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਕਿਸਾਨ ਮਜ਼ਦੂਰਾਂ ਨੂੰ ਲੈ ਕੇ, ਦਿਹਾੜੀਦਾਰਾਂ, ਸਵੈ ਰੁਜ਼ਗਾਰ ਵਾਲੇ ਲੋਕਾਂ, ਬੇਰੁਜ਼ਗਾਰਾਂ ਅਤੇ ਖੇਤੀਬਾੜੀ ਸੈਕਟਰ ਦੇ ਨਾਲ ਜੁੜੇ ਲੋਕਾਂ ਨੇ 2021 ਦੇ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਨੇ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਦਿੱਤੀ ਹੈ। 2021 ਕੋਵਿਡ-19 ਮਹਾਮਾਰੀ ਦਾ ਸਾਲ ਸੀ। ਦੇਸ਼ ਭਰ ਦੇ ਵਿੱਚ ਕੁੱਲ 1,64,033 ਲੋਕਾਂ ਨੇ ਖੁਦਕੁਸ਼ੀ ਕੀਤੀ। 2021 ਦੇ ਵਿੱਚ 1,18,979 ਮਰਦਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਦੇ ਵਿੱਚੋਂ 37,000 ਦਿਹਾੜੀਦਾਰ ਸਨ, 18,000 ਸਵੈ ਰੁਜ਼ਗਾਰ, 11,000 ਬੇਰੁਜ਼ਗਾਰ ਸਨ। 45,000 ਤੋਂ ਵੱਧ ਔਰਤਾਂ ਨੇ ਖੁਦਕੁਸ਼ੀ ਕੀਤੀ ਹੈ। ਰਿਪੋਰਟ ਦੇ ਮੁਤਾਬਕ ਖੇਤੀਬਾੜੀ ਸੈਕਟਰ ਦੇ ਨਾਲ ਸੰਬੰਧਿਤ 10,800 ਲੋਕਾਂ ਨੇ ਖੁਦਕੁਸ਼ੀ ਕੀਤੀ। ਖੇਤੀਬਾੜੀ ਸੈਕਟਰ ਦੀ ਗੱਲ ਕਰ ਰਿਹਾ, ਜਿਨ੍ਹਾਂ ਦੇ ਵਿੱਚੋਂ 5,300 ਕਿਸਾਨ ਸਨ, 5500 ਤੋਂ ਵੱਧ ਖੇਤ ਮਜ਼ਦੂਰ ਸਨ ਤੇ ਇਹਨਾਂ ਕਿਸਾਨਾਂ ਦੇ ਵਿੱਚੋਂ 211 ਔਰਤਾਂ ਵੀ ਸਨ। ਜਿਹੜੇ 5100 ਮਰਦ ਦੱਸੇ ਨੇ, ਇਹਨਾਂ ਦੇ ਵਿੱਚ 5300 ਕੁਛ ਕਿਸਾਨ ਸੀਗੇ, 5100 ਮਰਦ ਨੇ, 200 ਤੋਂ ਉੱਤੇ ਔਰਤਾਂ ਨੇ। ਖੇਤ ਮਜ਼ਦੂਰਾਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਵੀ 5100 ਤੋਂ ਉੱਪਰ ਮਰਦ ਨੇ ਤੇ 442 ਔਰਤਾਂ ਨੇ। ਯਾਨੀ ਕਿ ਸਾਡੇ ਦੇਸ਼ ਦਾ ਢਾਂਚਾ, ਸਾਡੇ ਦੇਸ਼ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਇਹੋ ਜਿਹੀਆਂ ਨੇ ਕਿ ਬੇਰੁਜ਼ਗਾਰ ਤੋਂ ਲੈ ਕੇ ਸਵੈ ਰੁਜ਼ਗਾਰ ਵੀ ਖੁਦਕੁਸ਼ੀ ਦੇ ਰਾਹ ਪੈ ਰਿਹਾ, ਦਿਹਾੜੀਦਾਰ ਵੀ ਖੁਦਕੁਸ਼ੀ ਦੇ ਰਾਹ ਪੈ ਰਿਹਾ। ਮਰਦਾਂ ਨੇ ਤਾਂ ਖੁਦਕੁਸ਼ੀਆਂ ਆਪਾਂ ਕਰ ਹੀ ਰਹੇ ਹਾਂ ਕਿ ਸਟੂਡੈਂਟ ਕਰ ਗਿਆ ਜਾਂ ਕਿਸਾਨ ਕਰ ਗਿਆ, ਖੇਤ ਮਜ਼ਦੂਰ ਕਰ ਗਿਆ, ਪਰ ਬੀਬੀਆਂ ਵੀ ਕੁਛ ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੀਆਂ ਨੇ। ਇਹਦੀ ਆੜ ਦੇ ਹੇਠ, ਤੰਗੀਆਂ ਤੁਰਸ਼ੀਆਂ ਦੀ ਆੜ ਦੇ ਹੇਠ ਇੱਕ ਬਹੁਤ ਵੱਡਾ ਮਾਫੀਆ ਹੋਰ ਕੰਮ ਕਰ ਰਿਹਾ, ਜਿਹੜਾ ਕਿ ਕਿਸ਼ਤਾਂ ਤੇ ਪੈਸੇ ਦਿੰਦਾ ਹੈ। ਉਹ ਇਕੱਲਾ ਆਰਥਿਕ ਸ਼ੋਸ਼ਣ ਨਹੀਂ ਕਰਦਾ, ਉਹ ਮਜਬੂਰ ਲੋਕਾਂ ਦਾ ਜਿਸਮਾਨੀ ਸ਼ੋਸ਼ਣ ਵੀ ਕਰਦਾ। ਔਰ ਬਹੁਤ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹ ਜਿਹੜਾ ਕੰਮ ਆ ਅੱਜ ਕੱਲ੍ਹ ਫੈਲਿਆ ਹੋਇਆ ਕੀਤਾ ਜਾ ਰਿਹਾ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਸਮਾਂ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ, ਇਜਾਜ਼ਤ ਲੈਣ ਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਪ੍ਰੋਗਰਾਮ ਹੋਏਗਾ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਖਾਸ ਖਬਰਾਂ, ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।